ਸਤਿਗੁਰ ਪ੍ਰਸਾਦਿ। ਗੌੜੀ ਮਹੱਲਾ ਪੰਜਵਾਂ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਤੇ ਦੁਖ ਮੇਰੇ ਸਗਲੇ ਲਾਥੇ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਤੇ ਦੁਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ। ਚਰਨ ਰੇਣ ਗੁਰ ਕੀ ਮੁਖ ਲਾਗੀ, ਅੰਗ ਬੁੱਧ ਤੈਨ ਸਗਲ ਤਿਆਗੀ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਤੇ ਮੋਹਿ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰੋ, ਜੀ ਪ੍ਰਾਨ ਨਾਨਕ ਗੁਰ ਆਧਾਰ। ਗੁਰ ਸੁਖ ਦਾਤਾ ਗੁਰ ਕਰਤਾਰੋ, ਜੀ ਪ੍ਰਾਨ ਨਾਨਕ ਗੁਰ ਆਧਾਰੋ। ਸ੍ਰੀ ਵਾਹਿਗੁਰੂ ਜੀ। ਵਾਜੋ ਮਹੱਲਾ ਤੀਜਾ। ਏਕੋ ਆਪ ਫਿਰੈ ਪਰਛਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣਿਆ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਇੱਕੋ ਆਪ ਫਿਰੈ ਪਰਛਨਾ, ਗੁਰਮੁਖ ਵੇਖਾਂ ਤਾਂ ਇਹੋ ਮਨ ਭਿੰਨਾ। ਹੇ ਮੇਰੇ ਵਾਹਿਗੁਰੂ, ਅਕਾਲ ਪੁਰਖ ਇੱਕ ਤੂੰ ਹੀ ਆਪ ਮਾਇਆ ਉਪਾਧੀ ਕਰਕੇ ਭਿੰਨ ਭਿੰਨ ਹੋਇਆ ਫਿਰਦਾ, ਕੋਈ ਦੂਜਾ ਨਹੀਂ, ਤੂੰ ਆਪ। ਜਬ ਗੁਰੂ ਦੁਆਰਾ
ਤੇਰੇ ਨਿਰਉਪਾਦ ਸਰੂਪ ਨੂੰ ਦੇਖਿਆ, ਦੀਦਾਰ ਕੀਤੇ। ਤਬ ਇਹ ਜੋ ਮਨ ਸੋ ਆਤਮਾਨੰਦ ਵਿੱਚ ਸਨਿਗਧ ਹੋ ਗਿਆ, ਭਿੱਜ ਗਿਆ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣ। ਤ੍ਰਿਸ਼ਨਾ ਨੂੰ ਤਿਆਗ ਕੇ ਸੁਭਾਵਕ ਹੀ ਸੁੱਖਾਂ ਵਿੱਚ ਵਾਸਾ ਪਾ ਲਿਆ। ਹੇ ਮੇਰੇ ਗੁਰੂ ਨਾਨਕ, ਤੇਰੇ ਇੱਕ ਸਰੂਪ ਨੂੰ ਹੀ ਮਨ ਵਿੱਚ ਵਸਾਇਆ ਹੈ। ਹੋ ਵਾਰੀ ਜੀਓ ਵਾਰੀ, ਇੱਕ ਸਸਿਓ ਚਿਤ ਲਾਵਣਿਓ। ਗੁਰਮਤੀ ਮਨ ਇਕਤ ਘਰ ਆਇਆ, ਸੱਚਾ ਰੰਗ ਰੰਗਾਵਣਿਓ। ਹੇ ਮੇਰੇ ਵਾਹਿਗੁਰੂ, ਜੋ ਇੱਕ ਤੇਰੇ ਵਿੱਚ ਚਿੱਤ ਲਾਉਂਦੇ ਨੇ, ਤੈਨੂੰ ਜਪਦੇ ਨੇ, ਤੇਰੀ ਯਾਦ ਵਿੱਚ ਜੁੜਦੇ ਨੇ, ਮੈਂ ਤਿੰਨਾਂ ਦੇ ਵਾਲ ਨਹੀਂ ਬਲਿਹਾਰ ਜਾਂਦਾ ਹਾਂ। ਜੋ ਗੁਰੂ ਦੀ ਸਿੱਖਿਆ ਲੈਣ ਵਾਲੇ, ਤਿੰਨਾਂ ਦਾ ਮਨ ਏਕਤਾ ਦੇ ਘਰ ਵਿੱਚ ਆ ਗਿਆ। ਗੁਰ ਸ਼ਬਦੀ ਜੋ ਗੁਰਮਤੀਏ ਨੇ ਅਭੇਦ ਹੋ ਗਏ। ਹੇ ਸੱਚੇ ਮੇਰੇ ਵਾਹਿਗੁਰੂ, ਤੇਰੇ ਪ੍ਰੇਮ ਵਿੱਚ ਰੰਗੇ ਹੋਏ ਨੇ। ਇਹ ਜਗ ਭੁਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੈ ਲੋ ਪਾਇਆ। ਇਹ ਜੀਵ ਭੁੱਲਿਆ ਹੋਇਆ, ਤੈਂ ਆਪ ਭੁਲਾਇਆ। ਇੱਕ ਤੈਨੂੰ ਵਸਾਰ ਕੇ ਦਵੈਤ ਵਿੱਚ ਲਵਾਈਮਾਨ ਹੋਇਆ। ਅਨ ਦਿਨ ਸਦਾ ਫਿਰੈ ਭ੍ਰਮ ਭੂਲਾ, ਬਿਨ ਨਾਵੈ ਦੁਖ ਪਾਵਣਿਆ। ਰਾਤ ਦਿਨ ਸਦੀਪ ਭਰਮ ਕਰਕੇ ਭੁੱਲਿਆ ਫਿਰਦਾ। ਇਹ ਵਾਹਿਗੁਰੂ, ਤੇਰੇ ਨਾਮ ਤੋਂ ਬਿਨਾਂ ਦੁੱਖ ਪਾਉਂਦਾ, ਤੇਰੀ ਬੰਦਗੀ ਤੋਂ ਬਿਨਾਂ। ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਹੇ ਮੇਰੇ ਪਰਿਪੂਰਨ ਪਰਮਾਤਮਾ, ਜੋ ਰੰਗ ਵਿੱਚ ਦਿੱਤੇ ਨੇ, ਰੰਗੇ ਹੋਏ ਨੇ, ਹੇ ਮੇਰੇ ਵਾਹਿਗੁਰੂ, ਕਰਮ ਫਲ ਪ੍ਰਦਾਤੇ ਜੋ ਤੇਰੇ ਪ੍ਰੇਮ ਦੇ ਵਿੱਚ ਦਿੱਤੇ ਗਏ। ਗੁਰੂ ਦੀ ਸੇਵਾ ਚਾਰੇ ਯੁੱਗਾਂ ਵਿੱਚੋਂ ਪ੍ਰਗਟ ਹੋਏ। ਆਨੰਦਨ ਸਦਾ ਫਿਰੈ ਭ੍ਰਮ ਭੂਲਾ, ਬਿਨ ਲਾਵੈ ਦੁੱਖ ਪਾਵਣੇ। ਜੋ ਦਿਨ ਰਾਤ ਭਰਮ ਕਰਕੇ ਭੁੱਲੇ ਫਿਰਦੇ ਨੇ ਕਿ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਦੁੱਖ ਪਾਉਂਦੇ। ਜੋ ਰੰਗ ਰਾਤੇ ਕਰਮ ਬਤਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਕਿਉਂਕਿ ਪਰਿਪੂਰਨ ਪਰਮਾਤਮਾ ਕਰਮ ਫਲ ਪ੍ਰਦਾਤਾ ਹੈ। ਜੋ ਪ੍ਰੇਮ ਦੇ ਵਿੱਚ ਰਤੇ, ਜੋ ਜਪਦੇ ਨੇ ਨਾਮ ਨੂੰ, ਗੁਰੂ ਦੀ ਸੇਵਾ ਵਿੱਚ ਚਾਰੇ ਯੁੱਗਾਂ ਵਿੱਚੋਂ ਪ੍ਰਗਟ ਹੋ ਗਏ। ਜਿਸਨੋ ਆਪ ਦੇ ਵਡਿਆਈ, ਹਰਿ ਕੈ ਨਾਮ ਸਮਾਵਣਿਆ। ਜਿਸ ਪੁਰਸ਼ ਨੂੰ ਪਰਮਾਤਮਾ ਵਾਹਿਗੁਰੂ ਵਡਿਆਈ ਬਖਸ਼ਦਾ ਹੈ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੇ। ਹੇ ਮੇਰੇ ਗੁਰੂ ਨਾਨਕ, ਆਪ ਦੇ ਨਾਮ ਦੇ ਸਰੂਪ ਵਿੱਚ ਉਹ ਭੇਦ ਹੋ ਜਾਂਦਾ ਹੈ। ਮਾਇਆ ਮੋਹਿ ਹਰਿ ਚੇਤੈ ਨਾਹੀ, ਜੰਪੁਰ ਵਧਾ ਦੁਖ ਸਹਾਹੀ। ਜੋ ਮਾਇਆ ਦੇ ਮੋਹ ਕਰਕੇ ਹੇ ਵਾਹਿਗੁਰੂ ਤੈਨੂੰ ਜਪਦਾ ਨਹੀਂ, ਉਹ ਜੰਪੁਰੀ ਵਿੱਚ ਬੰਧਿਆ ਹੋਇਆ ਦੁੱਖ ਪਾਉਂਦਾ ਹੈ। ਅੰਨਾ ਬੋਲਾ ਕਿਛ ਨਦਰ ਨ ਆਵੈ, ਮਨ ਮੁਖ ਪਾਪ ਪਚਾਵਣਿਆ। ਮਨ ਮੁਖ ਅੰਨਾ ਤੇ ਬੋਲਾ ਹੈ, ਸ਼ੁਭ ਤੇ ਅਸ਼ੁਭ ਤੇ ਇਸਨੂੰ ਦ੍ਰਿਸ਼ਟੀ ਨਹੀਂ ਆਉਂਦਾ ਮਨ ਮੁਖ ਨੂੰ, ਕਿ ਚੰਗਾ ਕੀ ਕਿ ਮਾੜਾ ਕੀ, ਪੁੰਨ ਕੀ ਤੇ ਪਾਪ ਕੀ, ਮਨ ਮੁਖ ਨੂੰ ਨਜ਼ਰ ਨਹੀਂ ਆਉਂਦਾ। ਪਾਪਾਂ ਵਿੱਚ ਦਿਨ ਰਾਤ ਜਲਦਾ ਹੈ, ਸੰਗੀਆਂ ਨੂੰ ਜਲਾਵਣ ਵਾਲਾ। ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ,
ਭਾਏ ਭਗਤ ਤੇਰੇ ਮਨ ਪਾਏ। हे ਮੇਰੇ ਗੁਰੂ ਨਾਨਕ, ਜੋ ਤੈਨੇ ਆਪ ਪ੍ਰੀਤ ਵਿੱਚ ਲਾ ਦਿੱਤੇ, ਪ੍ਰੀਤੀ ਬਖਸ਼ੀ, ਸੋ ਇੱਕ ਤੇਰੇ ਵਿੱਚ ਪ੍ਰੇਮ ਕਰਕੇ ਰਤੇ ਨੇ। ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਗੂੜਾ ਰੰਗ ਨਾਮ ਦਾ ਉਹਨਾਂ ਨੂੰ ਚੜ੍ਹਿਆ। ਪ੍ਰੇਮਾ ਭਗਤੀ ਕਰਿਆ, ਤੇਰੇ ਮਨ ਵਿੱਚ ਬੜੇ ਪਿਆਰੇ ਲੱਗੇ ਭਾਗ। ਭਾਏ ਭਗਤ ਤੇਰਾ ਮਨ ਭਾਏ। ਪ੍ਰਭੂ ਨੂੰ ਭਾ ਗਏ ਜੋ ਪ੍ਰੇਮਾ ਭਗਤੀ ਕਰਦੇ ਨੇ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਬੁਝਾਵਣਿਆ। ਜੋ ਸੁਖ ਦਾਤਾ ਸਤਿਗੁਰੂ ਨੂੰ ਜਪਦੇ ਨੇ, ਸੁਖ ਦੇਵਣ ਵਾਲੇ ਮਾਲਕ, ਤਿਨਾਂ ਦੀ ਸੰਪੂਰਨ ਇੱਛਾ ਸਤਿਗੁਰੂ ਪੂਰਨ ਕਰ ਦਿੰਦਾ ਹੈ। ਕਿਉਂਕਿ ਤਰਲੋਕੀ ਦਾ ਮਾਲਕ ਆਪ ਉਹਨਾਂ ਦੀ ਪੈਜ ਪ੍ਰਤਿਗਿਆ ਰੱਖਦਾ ਹੈ। ਹਰਿ ਜੀਓ ਤੇਰੀ ਸਦਾ ਸਰਣਾਈ, ਆਪੇ ਬਖਸ਼ੇ ਦੇ ਵਡਿਆਈ। हे ਮੇਰੇ ਵਾਹਿਗੁਰੂ, ਜੋ ਤੇਰੀ ਸਦਾ ਸ਼ਰਨ ਵਿੱਚ ਨੇ, ਇਸਦੇ ਪਾਪ ਬਖਸ਼ ਕੇ ਆਪ ਵਡਿਆਈ ਦਿੰਦਾ ਹੈ, ਉਹਨਾਂ ਨੂੰ ਆਪ ਬਖਸ਼ਿਸ਼ਾਂ ਕਰਦਾ, ਉਹਨਾਂ ਦੇ ਪਾਪ ਵੀ ਬਖਸ਼ੇ ਜਾਂਦੇ ਨੇ। ਜਮ ਕਾਲ ਤਿਸ ਨੇੜ ਨ ਆਵੈ, ਜੋ ਹਰਿ ਹਰਿ ਨਾਮ ਧਿਆਵਣਿਓ। हे ਮੇਰੇ ਗੁਰੂ ਨਾਨਕ, ਜੋ ਤੇਰੇ ਨਾਮ ਨੂੰ ਜਪਦੇ ਨੇ, ਨਿਤ ਦੇ ਨੇਮੀ ਨੇ, ਤਿਨਾਂ ਦੇ ਜਮ ਕਾਲ ਨੇੜੇ ਨਹੀਂ ਆਉਂਦਾ। ਨਾਮ ਜਪਣ ਵਾਲਿਆਂ ਦੇ ਜਮ ਵੀ ਨੇੜੇ ਨਹੀਂ ਆਉਂਦੇ। ਆਨੰਦ ਨਰਾਤੇ ਜੋ ਹਰਿ ਪਾਏ, ਮੇਰਾ ਪ੍ਰਭ ਮੇਲੇ ਮੇਲ ਮਿਲਾਏ। ਇਹ ਮੇਰੇ ਗੁਰੂ ਨਾਨਕ, ਜੋ ਤੈਨੂੰ ਭਾ ਗਏ, ਤੈਨੂੰ ਪਿਆਰੇ ਲੱਗੇ, ਉਹ ਨਿਰੰਤਰ ਨਾਮ ਵਿੱਚ ਰਤੇ ਨੇ। ਇਹ ਮੇਰੇ ਪ੍ਰਭੂ, ਤੈਨੇ ਸਤਸੰਗ ਵਿੱਚ ਮਿਲਾ ਕੇ ਆਪਣੇ ਸਾਥ ਮੇਲ ਲਏ। ਸਦਾ ਸਦਾ ਸੱਚੇ ਤੇਰੀ ਸਰਣਾਈ, ਤੂੰ ਆਪੇ ਸੱਚ ਬੁਝਾਵਣਿਆ। हे ਮੇਰੇ ਵਾਹਿਗੁਰੂ, ਸਦਾ ਤੇਰੀ ਸ਼ਰਨ ਲਈ ਹੈ, ਤੂੰ ਸ਼ਰਨ ਸੂਰਾ ਹੈ। ਤੂੰ ਆਪ ਹੀ ਆਪਣੇ ਸੱਚ ਸਰੂਪ ਦੀ ਸਮਝ ਦੇਵਣ ਵਾਲਾ ਹੈ। ਜਿਨ ਸੱਚ ਜਾਤਾ ਸੋ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਬਖਾਣੇ। हे ਮੇਰੇ ਗੁਰੂ ਨਾਨਕ, ਜਿਨ੍ਹਾਂ ਨੇ ਤੇਰੇ ਸੱਚ ਸਰੂਪ ਨੂੰ ਜਾਣਿਆ, ਜਿਨ੍ਹਾਂ ਦੀ ਸ਼ਰਧਾ ਬਣ ਗਈ, हे ਸੱਚੇ ਮੇਰੇ ਪਰਵਤਗਾਰ, ਉਹ ਤੇਰੇ ਵਿੱਚ ਸਮਾ ਗਏ। हे ਵਾਹਿਗੁਰੂ, ਤੇਰੇ ਗੁਣ ਗਾਉਂਦੇ ਨੇ, ਤੇਰੇ ਨਾਮ ਨੂੰ ਜਪਦੇ ਨੇ, ਉਹ ਸੱਚ ਰੂਪ ਦੀ ਕਥਾ ਕਰਦੇ ਨੇ। ਨਾਨਕ ਨਾਮ ਰਤੇ ਵੈਰਾਗੀ, ਨਿਜ ਘਰ ਤਾੜੀ ਲਾਵਣਿਓ। ਪਾਤਸ਼ਾਹ ਫਰਮਾਉਂਦੇ ਨੇ, हे ਨਾਮੀ ਮੇਰੇ ਪਰਿਪੂਰਨ ਪਰਮਾਤਮਾ, ਜੋ ਤੇਰੇ ਵਿੱਚ ਰਤੇ ਨੇ, ਰੰਗੇ ਨੇ, ਉਹ ਵੈਰਾਗੀ ਨੇ, ਆਪਣੇ ਸੂਬ ਵਿੱਚ ਸਮਾਧੀ ਲਾ ਲੈਂਦੇ ਨੇ। ਵਾਜੋ ਮਹੱਲਾ ਤੀਜਾ, ਸ਼ਬਦ ਮਰੈ ਸੋ ਮੋਹ ਜਾਪੈ, ਕਾਲ ਨਾ ਚਾਪੈ ਦੁਖ ਨਾ ਸੰਤਾਪੈ। ਜੋ ਜੀਵ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਮਰਿਆ ਹੈ, ਸੋ ਮੂਆ ਜਾਣਿਆ ਜਾਂਦਾ। ਜੀਵਤ ਭਾਵ ਸੇ ਮਰਨੇ ਦਾ ਫਲ ਕੀ ਹੁੰਦਾ ਹੈ? ਪਾਤਸ਼ਾਹ ਫਰਮਾਉਂਦੇ ਨੇ, ਤਿਨਾਂ ਨੂੰ ਕਾਲ ਦਬਾ ਨਹੀਂ ਸਕਦਾ, ਇਸ 'ਤੇ ਦੁੱਖ ਨਹੀਂ ਸਤਾਉਂਦਾ। ਬਈ ਜਨਮਾਦੀ ਦੁੱਖਾਂ ਤੋਂ ਰਹਿਤ ਹੋ ਜਾਂਦੇ ਨੇ ਜੋ ਜੀਵ ਭਾਵ ਤੋਂ ਮਰੇ ਨੇ, ਭਾਵ ਆਪਣਾ ਆਪ ਮੁਰਸ਼ਦ ਸਮਰੱਥ ਗੁਰੂ ਨੂੰ ਭੇਟਾ ਕਰ ਦਿੱਤਾ, ਆਪਣਾ ਆਪ ਭੇਟਾ ਕੀਤਾ।
ਤਨ ਮਨ ਧਨ ਸਭ ਸੌਂਪ ਗੁਰ ਕੋ, ਗੁਰੂ ਨੂੰ ਸੌਂਪੇ ਅਰਪਣ ਕੀਤਾ। ਔਰ ਬਖਸ਼ੀਸ਼ਾਂ ਲੈਂਦੇ ਨਹੀਂ, ਉਹਨਾਂ ਨੂੰ ਜਨਮਾਦੀ ਦੁੱਖ ਨਹੀਂ ਹੁੰਦੇ। ਬੇਨਤੀ ਕੀਤੀ ਪਾਤਸ਼ਾਹ, ਉਹ ਗੁਰਮੁਖ ਇਹਨਾਂ ਦੁੱਖਾਂ ਤੋਂ ਰਹਿਤ ਕਿਵੇਂ ਹੋ ਗਏ? ਸਤਿਗੁਰੂ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਓ। ਪਰਮਾਤਮਾ ਜੋਤੀ ਵਿੱਚ ਮਿਲ ਕੇ ਜੀਵ ਰੂਪੀ ਜੋਤ ਅਭੇਦ ਹੋ ਗਈ, ਇੱਕ ਹੋ ਗਏ। ਕੈਸੀ ਸਰਵਣ ਮਨਨ ਨਿਰਆਸਨ ਔਰ ਸਾਖਯਤਕਾਰ, ਸੱਚ ਸੂਹ ਵਿੱਚ ਹੀ ਅਭੇਦ ਹੋ ਗਏ। ਸਰਵਣ ਮਨਨ ਇਹ ਨਿਰਆਸਨ ਔਰ ਸਾਖਯਤਕਾਰ ਦੇ ਲਖਾਇਕ ਹੈ। ਹੋ ਵਾਰੀ ਜੀਓ ਵਾਰੀ, ਹਰ ਕੈ ਨਾਏ ਸੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸੰਭਾਵਣਿਓ। ਮੈਂ ਉਹਨਾਂ ਦੇ ਮਨ ਤਨ ਤੇ ਬਲਿਹਾਰ ਜਾਂਦਾ ਜੋ ਵਾਹਿਗੁਰੂ ਦੇ ਨਾਮ ਕਰਕੇ ਸੋਭਾ ਪਾਉਂਦੇ, ਸਤਿਗੁਰੂ ਨੂੰ ਸੇਵ ਕੇ ਸੱਚ ਵਿੱਚ ਚਿਤ ਲਾਇਆ। ਗੁਰੂ ਦੀ ਸਿੱਖਿਆ ਲੈਣ ਵਾਲੇ ਸ਼ਾਂਤੀ ਵਿੱਚ ਸਮਾ ਗਏ। ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜੈ ਲਾਗੀ ਮਹਿਲ ਨਾ ਪਾਏ। ਕੱਚੀ ਬੁੱਧੀ ਪਰਮੇਸ਼ਰ ਦੇ ਨਿਸ਼ਚੇ ਰਹਿਤ ਅਸਤੂਲ ਸਰੀਰ ਰੂਪੀ ਕੱਚਾ ਵਸਤ ਧਾਰਨ ਕਰਦੇ ਤੇ ਦਵੈਤ ਭਾਵ ਵਿੱਚ ਲੱਗੀ ਹੋਈ ਆਪਣੇ ਸਰੂਪ ਨੂੰ ਨਹੀਂ ਪਾ ਸਕਦੀ। ਜਦ ਤੱਕ ਕੋਟੀ ਮਤ ਦਵੈਕਤਾ ਹੈ, ਫਿਰ ਸਰੂਪ ਦੀ ਪ੍ਰਾਪਤੀ ਨਹੀਂ। ਔਰ ਬੁੱਧੀ ਦੇ ਸਾਥ ਭਾਸ਼ ਕਾ ਗ੍ਰਹਿਣ। ਪਾਤਸ਼ਾਹ ਫਰਮਾਉਂਦੇ ਨੇ, ਦੂਜੈ ਲਾਗੀ ਮਹਿਲ ਨਾ ਪਾਏ। ਆਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਪਿਰ ਬਹੁ ਦੁਖ ਪਾਵਣਿਆ। ਇਸ ਤੇ ਉਹ ਦਿਨ ਰਾਤ ਨਿਰੰਤਰ 84 ਲੱਖ ਜੂਨੀਆਂ ਵਿੱਚ ਜਲਦੀ ਫਿਰਦੀ। ਵਾਹਿਗੁਰੂ ਪਤੀ ਤੋਂ ਬਿਨਾਂ ਬਹੁਤ ਦੁੱਖ ਪਾਉਂਦੀ, ਬੜੇ ਦੁੱਖ। ਇਸ ਜਿਸ ਦੇ ਔਰ ਜਾਤੀ ਆਦਿਕਾਂ ਦੇ ਅਪਮਾਨ ਕਰਕੇ ਪਰਮੇਸ਼ਰ ਤੋਂ ਬੇਮੁਖ ਹੋਏ, ਉਹਨਾਂ ਦਾ ਹਾਲ ਸਤਿਗੁਰੂ ਬਿਆਨ ਕਰਦੇ ਨੇ। ਦੇਹੀ ਜਾਤ ਨ ਆਗੈ ਜਾਏ, ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਦੇਹੀ ਜਾਤ ਨਾ ਆਗੈ ਜਾਏ, ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਦੇਹੀ ਤੇ ਜਾਤੀ ਪਰਲੋਕ ਵਿੱਚ ਨਾਲ ਨਹੀਂ ਜਾਣੀ, ਅੱਗੇ ਜਾਤ ਨਾ ਜੋਰ ਅੱਗੇ ਜੀਓ ਨਵੇ। ਜਿਨ ਕੀ ਲੇਖੈ ਪਤ ਪਵੈ ਚੰਗੇ ਸੇ ਕੇ। ਚੰਗੇ ਉਹੀ ਨੇ ਜੋ ਪਤ ਸੰਯੁਕਤ ਗਏ ਨੇ, ਸਵੱਛ ਨਿਰਮਲ ਕਰਮ ਨੇ, ਜਪਦੇ ਨੇ ਨਾਮ। ਪਾਤਸ਼ਾਹ ਫਰਮਾਉਂਦੇ ਨੇ, ਉਸੇ ਤਨ ਨਾਲ ਨਹੀਂ ਜਾਣਾ। ਇਹ ਤਨ ਤਾਂ ਭਸਮ ਦੀ ਢੇਰੀ ਹੈ। ਜਿਸ ਤਨ ਦਾ ਮਨੁੱਖ ਨੂੰ ਮਾਣ, ਹੰਕਾਰ, ਸੁੰਦਰ, ਜਵਾਨ, ਬਲ ਵਾਲਾ, ਪਰ ਤਨ ਵੀ ਆਪਣੇ ਨਾਲ ਨਹੀਂ ਜਾਣਾ। ਇਹੋ ਤਨ ਹੋਏਗੋ ਭਸਮ ਕੀ ਢੇਰੀ, ਇਹ ਤਾਂ ਮਿੱਟੀ ਦੀ ਢੇਰੀ ਹੋ ਜਾਣਾ। ਇਹ ਜਾਤੀ ਕੀ ਉੱਤਮ ਜਾਤ, ਉੱਤਮ ਕੁਲ ਵਿੱਚ ਜਨਮ ਹੈ, ਪਰ ਲੋਕ ਵਿੱਚ ਨਹੀਂ ਨਾਲ ਜਾਣਾ। ਕਿ ਜੀਵ ਜਾਂਦਾ ਹੈ, ਸਤੂ ਸਰੀਰ ਨਹੀਂ ਜਾਂਦਾ, ਆਪਣਾ ਜੀਵ ਜਾਂਦਾ ਜਿੱਥੇ ਲੇਖਾ ਮੰਗਿਆ ਜਾਵੇਗਾ, ਕਿਉਂਕਿ ਲੇਖਾ ਸਭਨਾ ਦਾ ਹੋਣਾ ਹੈ। ਲੇਖਾ ਰੱਬ ਮਗੇਸੀਆ ਬੈਠਾ ਕੱਢ ਬੈਸੀ। ਲੇਖਾ ਸਭਨਾ ਦਾ ਹੋਣਾ, ਸਭਨਾ ਤੋਂ ਮੰਗਿਆ ਜਾਣਾ। ਪਾਤਸ਼ਾਹ ਫਰਮਾਉਂਦੇ ਨੇ, ਪਰਲੋਕ ਵਿੱਚ ਜੀਵ ਸੱਚ ਕਮਾਵਣ ਕਰਕੇ ਹੀ ਛੁੱਟਦਾ ਹੈ। ਸਤਿਗੁਰ ਸੇਵਨ ਸੇ ਧਨਵੰਤ, ਇੱਥੈ ਉੱਥੈ ਨਾਮ ਸਮਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਜੋ ਸਤਿਗੁਰੂ ਨੂੰ ਜਪਦੇ ਨੇ, ਅਰਾਧਦੇ ਨੇ, ਸੋ ਦੈਵੀ ਗੁਣਾ ਰੂਪ ਧਨ ਵਾਲੇ ਲੋਕ ਪਰਲੋਕ ਵਿੱਚ
ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਜੀਵਨ ਮੁਕਤ ਨਹੀਂ। ਔਰ ਦੇਹ ਤਿਆਗ ਕੇ ਵਧੇ ਮੁਕਤ ਨਿਰਾਕਾਰ ਵਿੱਚ ਭੇਦ ਹੋ ਜਾਂਦੇ ਨੇ। ਜੋ ਨਾਮੀ ਪਰਮੇਸ਼ਰ ਵਿੱਚ ਜੀਵਨ ਮੁਕਤੀ ਵਧੇ ਮੁਕਤੀ ਕਰਕੇ ਪ੍ਰਾਪਤ ਹੋਏ ਨੇ, ਤੇ ਇਹਨਾਂ ਨੇ ਇੱਥੇ ਕਿਹੜਾ ਸਾਧਨ ਕੀਤਾ? ਬੇਨਤੀ ਕੀਤੀ ਪਾਤਸ਼ਾਹ, ਉਹ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭੈ ਪਾਏ ਸਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਡਰ, ਪ੍ਰੇਮ, ਇਹ ਸਭ ਸਾਧਨਾ, ਸ਼ੁਭ ਸਾਧਨਾ ਦਾ ਸ਼ਿੰਗਾਰ ਬਣਾ ਲਿਆ, ਗੁਰੂ ਦੀ ਕਿਰਪਾ ਕਰਕੇ ਤਿੰਨਾਂ ਨੇ ਆਪਣਾ ਸਰੂਪ ਅੰਤ ਛਕੰਡ ਵਿੱਚ ਹੀ ਪਾ ਲਿਆ, ਬਖਸ਼ੀਸ਼ਾਂ ਲਈਆਂ। ਅਨ ਦਿਨ ਸਦਾ ਰਵੈ ਦਿਨ ਰਾਤੀ, ਮਜੀਠੈ ਰੰਗ ਬਣਾ ਬਣਿਆ। ਉਹ ਰਾਤ ਦਿਨ ਸਦੀਵ ਨਿਰੰਤਰ ਹੀ ਤੇ ਸਰੂਪ ਵਿੱਚ ਰਮਣ ਕਰਦੇ ਨੇ, ਜੈਸੇ ਮਜੀਠ ਦਾ ਰੰਗ ਸੱਚਾ ਹੁੰਦਾ, ਪਾਣੀ ਕਰਕੇ ਨਹੀਂ ਜਾਂਦਾ, ਤੈਸੇ ਸੱਚਾ ਰੰਗ ਜੋ ਆਤਮਾਨੰਦ ਹੈ। ਸੋ ਤਿੰਨਾਂ ਨੂੰ ਬਣਿਆ ਆ। ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ, ਜਗਿਆਸੂ ਨੇ ਸੱਚੇ ਪਾਤਸ਼ਾਹ ਜੀ, ਔਰਾਂ ਨੂੰ ਕਿਹਾ ਪਰਮੇਸ਼ਰ ਦੂਰ ਹੈ, ਜੋ ਤਿੰਨਾਂ ਨੇ ਨਾ ਕਿ ਆਪਣੇ ਸਰੀਰ ਵਿੱਚ ਨਹੀਂ ਪ੍ਰਾਪਤ ਹੁੰਦਾ, ਜੋ ਹੋਰ ਨੇ। ਪਾਤਸ਼ਾਹ ਫਰਮਾਉਂਦੇ ਨੇ, ਸਭਨਾ ਪਿਰ ਵਸੈ ਸਦਾ ਨਾਲੇ, ਗੁਰ ਪ੍ਰਸਾਦੀ ਕੋ ਨਦਰ ਨਿਹਾਲੇ। ਪਤੀ ਪਰਮਾਤਮਾ ਵਾਹਿਗੁਰੂ ਸਭਨਾਂ ਦੇ ਸਾਥ ਵਸਦਾ ਹੈ, ਕਿਸੇ ਤੋਂ ਦੂਰ ਨਹੀਂ ਵਸਦਾ। ਤਾਂ ਤੂੰ ਗੁਰੂ ਦੀ ਕਿਰਪਾ ਕਰਕੇ, ਕੋਈ ਗਿਆਨ ਦ੍ਰਿਸ਼ਟੀ ਕਰਕੇ ਤੇ ਇਸ ਨੂੰ ਦੇਖਦਾ ਹੈ। ਜਗਤ ਸਭਨਾਂ ਦੇਖ ਹੈ, ਅੰਗ ਸੰਗ ਸਭਨਾਂ ਦੇਖ ਹੈ, ਹਿਰਦੇ ਘਰ ਵਿੱਚ ਬੈਠਾ, ਪਰ ਦਰਸ਼ਨ ਗੁਰੂ ਦੀ ਕਿਰਪਾ ਤੋਂ ਬਿਨਾਂ। ਗੁਰ ਪ੍ਰਸਾਦੀ ਕੋ ਨਦਰ ਨਿਹਾਲੇ, ਗੁਰੂ ਦੀ ਕਿਰਪਾ ਨਾਲ। ਮੇਰਾ ਪ੍ਰਭ ਅਤ ਊਚੋ ਊਚਾ, ਕਰ ਕਿਰਪਾ ਆਪ ਮਿਲਾ ਬਣਿਆ। ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਪ੍ਰਭੂ, ਮੇਰਾ ਵਾਹਿਗੁਰੂ ਉੱਚਿਆਂ ਤੋਂ ਉੱਚਾ, ਵੱਡਿਆਂ ਤੋਂ ਵੱਡਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਇਹਨਾਂ ਤੋਂ ਵੀ ਵੱਡਾ ਹੈ। ਆਪਣੀ ਦਇਆ ਕਰਕੇ ਆਪਣੇ ਸਾਥ ਮਿਲਾਵਣ ਵਾਲਾ ਮਾਲਕ ਹੈ, ਐਸਾ ਦਾਤਾ ਹੈ। ਬੇਨਤੀ ਕੀਤੀ ਪਾਤਸ਼ਾਹ, ਜਿਸ ਕਰਕੇ ਸਰੀਰ ਦੇ ਵਿੱਚ ਹੁੰਦਿਆਂ ਪਰਮੇਸ਼ਰ ਨੂੰ ਨਹੀਂ ਜਾਣਦਾ, ਉਹ ਕਿਹੜੀ ਨੀਂਦ ਹੈ? ਐਸੀ ਕਿਹੜੀ ਨੀਂਦ ਵਿੱਚ ਸੁੱਤਾ ਹੈ? ਪਰਮੇਸ਼ਰ ਹਿਰਦੇ ਘਰ ਵਿੱਚ ਪਰ ਜਾਣਿਆ ਨਹੀਂ, ਉਹ ਕੈਸੀ ਨੀਂਦ ਹੈ? ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮੋਹਿ ਇਹੋ ਜਗ ਸੁੱਤਾ, ਨਾਮ ਵਿਸਾਰ ਅੰਤ ਬੇਗੁੱਤਾ। ਇਹ ਵੀ ਇੱਕ ਨੀਂਦ ਹੈ ਜੋ ਮਾਇਆ ਦਾ ਮੋਹ ਹੈ। ਜਿਵੇਂ ਗੂੜੀ ਨੀਂਦ ਵਿੱਚ ਜਗਿਆਸੂ ਸੁੱਤਾ ਮ੍ਰਿਤਕ ਦੇ ਸਮਾਨ ਸੁੱਤਾ ਪਿਆ, ਐਸੀ ਮੋਹ ਦੀ ਨੀਂਦ ਵਿੱਚ ਸੁੱਤਾ ਮਾਇਆ ਦਾ ਮੋਹ, ਅਗਿਆਨ ਅਵਿਦਿਆ ਦੇ ਵਿੱਚ ਰਚਿਆ ਹੋਇਆ। ਜਿਵੇਂ ਸਤਿਗੁਰਾਂ ਦੇ ਪਾਵਨ ਬਚਨ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਮਤਲਬ ਅਤ ਦਾ ਅੰਨਾ ਹੋ ਗਿਆ, ਅਤ ਦਾ ਬੋਲਾ ਵੀ ਹੈ। ਨਾ ਕੁਝ ਸੁਣਾਈ ਦਿੰਦਾ, ਨਾ ਕੁਝ ਦਿਖਾਈ ਦਿੰਦਾ, ਕਿ ਇਹ ਸ਼ੁਭ ਹੈ ਜਾਂ ਅਸ਼ੁਭ ਹੈ। ਕਿਸੇ ਦਾ ਬਚਨ ਸੁਣਦਾ ਵੀ ਨਹੀਂ, ਕਿ ਸ਼ੁਭ ਬਚਨ ਹੈ ਮੰਨ ਲਵਾਂ, ਨਹੀਂ ਮੰਨਦਾ, ਕਿਉਂਕਿ ਬੋਲਾ ਹੈ ਕੰਨਾਂ ਤੋਂ, ਨੇਤਰਾਂ ਤੋਂ ਵੀ ਅੰਧਾ ਹੈ। ਕਿਉਂਕਿ ਮਾਇਆ ਦੇ ਮੋਹ ਦੇ ਵਿੱਚ ਬੱਧਿਆ ਹੋਇਆ ਮਨੁੱਖ ਅਵਿਦਿਆ ਨਿੰਦਰਾ ਵਿੱਚ ਸੁੱਤਾ ਪਿਆ ਹੈ, ਗੂੜੀ ਨੀਂਦ। ਆਪਣੇ ਆਪ ਨੂੰ ਉਹ ਨਹੀਂ ਮੰਨੇਗਾ ਮੈਂ ਸੁੱਤਾ ਹਾਂ, ਉਹ ਸੁਤੇ ਆਖੇਗਾ ਮੈਂ ਵਿਆਹ ਧੰਦੇ ਆਦਿ ਕਰਦਾ, ਵੱਡੇ ਵੱਡੇ ਅਡੰਬਰ ਰਚਦਾ, ਪਰ ਅਗਿਆਨ ਅਵਿਦਿਆ ਦੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੈ। ਉਸ ਪਰਮੇਸ਼ਰ ਤੋਂ ਬੇਮੁਖ ਹੋ ਗਿਆ, ਉਸ ਦਾਤੇ ਨੂੰ ਵਿਸਾਰ ਦਿੱਤਾ,
ਉਸ ਪਰਵਦਗਾਰ ਦੇ ਚਰਨ ਨਾ ਪਰਸੇ, ਨਾਮ ਨਾ ਜਪਿਆ। ਜਿਸ ਨੇ ਬਖਸ਼ਿਸ਼ਾਂ ਕੀਤੀਆਂ, ਅਮੋਲਕ ਜਨਮ ਦਿੱਤਾ, ਉਸ ਦਾਤੇ ਨੂੰ ਭੁਲਾ ਦਿੱਤਾ। ਦਾਤਾਂ ਨਾਲ ਪਿਆਰ ਪੈ ਗਿਆ। ਜੋ ਦਾਤੇ ਨੇ ਦਾਤਾਂ ਬਖਸ਼ਿਸ਼ ਕੀਤੀਆਂ ਸੀ, ਪ੍ਰਾਰਬਧ ਦੇ ਅਨੁਸਾਰ ਮਿਲ ਗਈਆਂ ਦਾਤਾਂ, ਪਰ ਦਾਤੇ ਨੂੰ ਭੁਲਾ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਉਸ ਦਾਤੇ ਦੀ ਟਾਈਮ ਤੇ ਸਮਾਂ ਨਹੀਂ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਉਹ ਵਿਦਿਆ ਨਿੰਦਰਾ ਵਿੱਚ ਸੁੱਤਾ ਪਿਆ, ਨਾਮ ਨੂੰ ਭੁਲਾ ਗਿਆ। ਅੰਤ ਨੂੰ ਫਿਰ ਪਛਤਾਉਂਦਾ ਰੋਂਦਾ। ਬੇਨਤੀ ਕੀਤੀ, ਪਾਤਸ਼ਾਹ ਐਸੇ ਸੁੱਤੇ ਮਨੁੱਖ ਨੂੰ ਕੌਣ ਜਗਾਵੇਗਾ? ਕੌਣ? ਉਦੋਂ ਐਸੀ ਗੂੜੀ ਨੀਂਦ ਵਿੱਚ ਅਵਿਦਿਆ ਦੀ, ਅਗਿਆਨ ਮੋਹ ਦੀ, ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ, ਜਗਾਵੇਗਾ ਕੌਣ? ਗੁਰੂ ਅਮਰਦਾਸ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋਜੀ ਪਾਵਣਿਓ। ਜਿਸ ਪਰਮੇਸ਼ਰ ਦੇ ਸੰਕਲਪ ਤੇ ਸੁੱਤਾ ਹੈ, ਸੋਈ ਜਗਾਉਂਦਾ ਹੈ, ਕੋਈ ਦੂਜਾ ਜਗਾਵਣ ਵਾਲਾ। ਭਾਵ ਕਿ ਜੀਵ ਪਰਤੰਤਰ ਹੈ, ਸੁਤੰਤਰ ਨਹੀਂ ਹੈ, ਆਜ਼ਾਦ ਨਹੀਂ ਹੈ, ਗੁਲਾਮ ਹੈ, ਅਧੀਨ ਹੈ, ਹੁਕਮ ਦੇ ਵਿੱਚ ਬੱਝਿਆ ਹੋਇਆ। ਜਿਵੇਂ ਗਲ ਵਿੱਚ ਸੰਗਲ ਪਏ, ਤੇਰਾ ਹੁਕਮ ਰੂਪੀ ਸੰਗਲ ਪਏ ਹੋਏ। ਉਸ ਦਾਤੇ ਦੇ ਹੁਕਮ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ। ਪਾਤਸ਼ਾਹ ਦੇ ਬਚਨ ਵੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਕਹੋ ਮਾਨੁਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ। ਕਿਉਂਕਿ ਕਰਾਵਣ ਵਾਲਾ ਉਹ ਆਪ ਹੈ। ਮਨੁੱਖ ਦੇ ਹੱਥ ਵੱਸ ਵਿੱਚ ਕੁਝ ਵੀ ਨਹੀਂ ਹੈ, ਕੋਈ ਜੋਰ ਬਲ ਨਹੀਂ। ਕਿਉਂਕਿ ਕਰਨ ਖਾਰੋ ਦਾਤਾ, ਜੀਵ ਸੁਤੰਤਰ ਨਹੀਂ ਹੈ, ਪਤੰਤਰ ਹੈ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋਝੀ ਪਾਵਨ। ਇਹ ਸਮਝ ਗੁਰੂ ਦੀ ਮੱਤ ਕਰਕੇ ਮਿਲੇਗੀ, ਇੰਝ ਨਹੀਂ ਹੋਣੀ। ਜਦ ਤੱਕ ਗੁਰਮਤੀਆ ਗੁਰ ਸ਼ਬਦੀ ਨਾ ਹੋਇਆ, ਇਹ ਮੱਤ ਨਹੀਂ ਮਿਲਣੀ। ਇਹ ਸੋਝੀ ਨਹੀਂ ਆਉਣੀ ਮਨੁੱਖ ਨੂੰ। ਆਪਣੇ ਆਪ ਵਿੱਚ ਸਿਆਣਪਾਂ ਵਿੱਚ ਵਿਚਰੇਗਾ ਕਿ ਮੈਂ ਸਿਆਣਾ ਚਤਰਿਆ, ਪਰ ਗੁਰੂ ਦੀ ਮੱਤ ਤੋਂ ਬਿਨਾਂ ਇਹ ਸੋਝੀ ਨਹੀਂ ਮਿਲਦੀ, ਜਦ ਤੱਕ ਗੁਰੂ ਵਾਲਾ ਨਾ ਬਣੇ। ਬੇਨਤੀ ਕੀਤੀ ਜਗਿਆਸੂ ਨੇ ਸੱਚੇ ਪਾਤਸ਼ਾਹ ਸਤਿਗੁਰੂ, ਭਰਮ ਰੂਪ ਨੀਂਦ ਕਿਵੇਂ ਨਿਵਰਤ ਹੁੰਦੀ ਹੈ, ਜੋ ਭਰਮ ਦੀ ਨੀਂਦ ਹੈ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਆਪੇ ਓ ਪੀਐ ਸੋ ਭਰਮ ਗਵਾਏ, ਗੁਰ ਪ੍ਰਸਾਦ ਮੁਕਤ ਗਤ ਪਾਏ। ਜੋ ਗੁਰੂ ਦਾ ਉਪਦੇਸ਼ ਰੂਪੀ ਅੰਮ੍ਰਿਤ ਧਾਰਨ ਕਰੇ, ਸੋ ਭਰਮ ਨੂੰ ਭਾਈ ਗਵਾ ਦਿੰਦਾ। ਜੋ ਗੁਰ ਸ਼ਬਦੀ ਗੁਰਮਤੀਆ ਬਣਦਾ, ਔਰ ਗੁਰੂ ਦੀ ਕਿਰਪਾ ਤੇ ਮੁਕਤੀ ਦੀ ਪ੍ਰਾਪਤੀ ਪਾ ਲੈਂਦਾ। ਕਿਉਂਕਿ ਕਿਰਪਾ ਸਮਰੱਥ ਗੁਰੂ ਦੀ ਹੁੰਦੀ ਹੈ, ਗੁਰੂ ਤੋਂ ਬਿਨਾਂ ਗਤ ਨਹੀਂ। ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆ ਭੇਦ ਭਗਤੀ ਵਿੱਚ ਰਤਿਆ ਹੋਇਆ, ਸਦਾ ਵਿਰਾਗਵਾਨ ਹੋ ਕੇ ਪ੍ਰਸੰਨ ਅਹੰਕਾਰ ਨੂੰ ਮਾਰ ਕੇ ਆਪ ਨੂੰ ਹਰੀ ਵਿੱਚ ਮਿਲਾ ਲਿਆ, ਇੱਕ ਹੋ ਗਏ, ਇੱਕ ਹੋ ਗਏ। ਐਸੀਆਂ ਬਖਸ਼ਿਸ਼ਾਂ। ਤੇ ਇਸ ਭਗਤ ਦਾ ਫਿਰ ਨਿਹਚਾ ਕੈਸਾ ਹੈ, ਜੋ ਦਾਤੇ ਪ੍ਰਭੂ ਨਾਲ ਮਿਲਿਆ। ਕੈਸਾ ਵਿਸ਼ਵਾਸ, ਕੈਸੀ ਸ਼ਰਧਾ। ਸਤਿਗੁਰੂ ਬਿਆਨ ਕਰਦੇ ਨੇ, ਆਪ ਉਪਾਏ ਧੰਦੇ ਲਾਏ, 184 ਰਿਜਕ ਆਪ ਆਪੜਾਏ। ਜੋ ਭਗਤ ਰਤਿਆ ਨਾਮ ਜਪਦਾ ਭਾਈ, ਉਸਦਾ ਇਹ ਵਿਸ਼ਵਾਸ ਹੋ ਜਾਂਦਾ ਹੈ, ਨਿਹਚਾ
ਸ਼ਰਧਾ ਐਸੀ ਆਪ ਉਪਾਏ ਧੰਦਾ ਲਾਏ, 184 ਰਿਜਕ ਆਪ ਅਪੜਾਏ। ਕਿ ਆਪ ਹੀ ਮੇਰਾ ਵਾਹੇ ਗੁਰੂ, ਗੁਰੂ ਨਾਨਕ ਜੀਵਾਂ ਨੂੰ ਸਾਜਦਾ ਹੈ। ਆਪ ਹੀ ਭਿੰਨ ਭਿੰਨ ਜਗਤ ਦੀ ਰਚਨਾ ਕੀਤੀ ਹੈ, ਤੇ ਧੰਦਿਆਂ ਵਿੱਚ ਵੀ ਆਪ ਲਾਇਆ ਹੈ। 84 ਲੱਖ ਜੂਨੀਆਂ ਨੂੰ ਰਿਜਕ ਆਪ ਹੀ ਪਹੁੰਚਾਉਂਦਾ, ਕੋਈ ਦੂਜਾ ਨਹੀਂ ਦਿੰਦਾ। ਆਪ ਸਭਨਾਂ ਦਾ ਦਾਤਾ। ਗੁਰਦੇਵ ਦੇ ਪਾਵਨ ਬਚਨ ਵੀ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮਹਿ ਜੰਤ ਉਪਾਇ, ਤਿਨਾ ਪੇ ਰੋਜੀ। ਉਥੈ ਖਟ ਨਾ ਚਾਲੀ, ਨਾ ਕੋ ਕਿਸ ਕਰੇ। ਸੌਦਾ ਮੂਲ ਨਾ ਹੋਵੀ, ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਇ ਸਾਇਰਾ ਤਿਨਾ ਪੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ। ਚਿੰਤਾ ਉਸ ਦਾਤੇ ਨੂੰ ਹੈ ਜਿਸ ਨੇ ਮਨੁੱਖ ਨੂੰ ਭੇਜਿਆ ਹੈ। ਪਰ ਅੱਜ ਦਾ ਮਨੁੱਖ ਸੁਤਾ ਸੁਤੇ ਹੀ ਚਿੰਤਾ ਤੁਰ ਹੈ, ਬੜੀ ਚਿੰਤਾ ਹੈ। ਪੁੱਤਰ ਪੋਤਰਿਆਂ ਤੱਕ ਚਿੰਤਾ ਰਹਿੰਦੀ ਹੈ। ਪਰ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਤਾਂ ਉਸ ਕਰਤੇ ਪੁਰਖ ਨੂੰ ਹੈ ਜਿਸ ਨੇ ਸਾਜਿਆ ਰੋਜੀ ਵੀ ਦੇਵੇਗਾ। ਕੈਸਾ ਮਾਲਕ, ਤੇਰਾ ਜਨਮ ਬਾਅਦ ਵਿੱਚ ਹੋਇਆ ਸੀ। ਇਹ ਵਿਚਾਰ ਰੋਜੀ ਪਾਲਣਾ ਕਰਨ ਵਾਲੇ ਪਹਿਲਾਂ ਨੇ, ਜਨਮ ਬਾਅਦ ਵਿੱਚ ਹੈ। ਪਹਿਲੋਂ ਦੇ ਤੈਂ ਰਿਜਕ ਸੰਵਾਹਾ, ਪਿੱਛੋਂ ਦੇ ਤੈਂ ਜੰਤੀ ਉਪਾਖਾ। ਬਾਲਕ ਦਾ ਜਨਮ ਬਾਅਦ ਵਿੱਚ, ਪਹਿਲਾਂ ਰਿਜਕ, ਮਾਤਾ ਦੇ ਸਥਨਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ। ਉਹ ਕੈਸਾ ਮਾਲਕ, ਤੇ ਪਾਲਣ ਪੋਸ਼ਣ ਵਾਸਤੇ ਮਾਤਾ ਪਿਤਾ ਸਾਗ ਸੰਬੰਧੀ। ਉਹ ਕੈਸਾ ਦਾਤਾ ਹੈ। ਉਦੋਂ ਤੂੰ ਕੁਝ ਵੀ ਕਰਨ ਨੂੰ ਸਮਰੱਥ ਨਹੀਂ ਸੀ, ਤੇਰੀ ਪਾਲਣਾ ਹੋ ਰਹੀ ਸੀ, ਹੁਣ ਵੀ ਕਰੇਗਾ, ਕਿਉਂਕਿ ਉਹ ਦਾਤਾ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, 184 ਰਿਜਕ ਆਪ ਅਪੜਾਏ। ਜਦੋਂ ਝੱਖੜ ਆਉਂਦੇ ਨੇ, ਤੂਫਾਨ ਆਉਂਦੇ ਨੇ, ਤੇ ਰਿਜਕ ਪਹਾੜਾਂ ਕਿਤੋਂ ਤੋਂ ਕਿਤੇ ਪਹੁੰਚ ਜਾਂਦਾ। ਪਾਤਸ਼ਾਹ ਤਾਂ ਇੱਥੋਂ ਤੱਕ ਕਹਿੰਦੇ ਨੇ, ਜੋ ਸੈਲ ਪੱਥਰ ਮਹਿ ਜੰਤੀ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਪੱਥਰ ਕਠੋਰ ਹੈ ਤਾਂ ਚੋ ਮਾਰਗ ਨਾਹੀ, ਕੋਈ ਮਾਰਗ ਨਹੀਂ। ਕਠੋਰ ਪੱਥਰ ਦੇ ਵਿੱਚ ਵੀ ਜੀਵ ਹੈ, ਉਸ ਨੂੰ ਵੀ ਵਾਹਿਗੁਰੂ ਰੋਜੀ ਦਿੰਦਾ ਹੈ। ਤੈਨੂੰ ਕਿਉਂ ਨਾ ਦੇਵੇਗਾ? ਕਿਉਂਕਿ ਰੱਬ ਦੇ ਜਨਾਂ ਨੂੰ, ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ ਇਹ ਵਿਸ਼ਵਾਸ ਨਹੀਂ ਚਾਹਦਾ ਕਿ ਉਹਨਾਂ ਨੂੰ ਦਿੰਦਾ ਆਪਾਂ ਨੂੰ ਵੀ ਦੇਵੇਗਾ। ਬਾਬਾ ਜੀ ਦੀਆਂ ਕੈਸੀਆਂ ਬਖਸ਼ਿਸ਼ਾਂ, ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ। ਅਨੇਕਾਂ ਪਦਾਰਥ ਆਪਣੇ ਆਪ ਚੱਲੇ ਆਉਂਦੇ। ਕੈਸਾ ਦਾਤਾ, ਜਿੱਥੇ ਹਰੀ ਦੀ ਮਰਜ਼ਾਦਾ, ਹਰੀ ਦਾ ਪੂਜਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਖਸ਼ਿਆਂ ਕਰਨੀਆਂ, ਉੱਥੇ ਹਰੀ ਭਾਈ ਆਪ ਬੈਠਾ ਹੈ। ਕਿਉਂਕਿ ਉਹ ਮਾਲਕ ਹੈ ਦੀਨ ਦੁਨੀਆ ਦਾ। ਪ੍ਰਸ਼ਾਦਾ ਪੱਕਦਾ ਨਹੀਂ, ਸਭ ਸੰਗਤਾਂ ਲੈ ਕੇ ਆਉਂਦੀਆਂ। ਕੈਸੀਆਂ ਬਖਸ਼ਿਸ਼ਾਂ ਨੇ। ਇਹ ਨਾਮ ਦਾ ਪ੍ਰਤਾਪ ਹੈ। ਨਾਮ ਨੂੰ ਜਪਿਆ, ਜੰਗਲਾਂ ਵਿੱਚ ਮੰਗਲ ਲਾਏ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਗੁਰੂ ਨਾਨਕ ਦੇ ਘਰ ਦੀਆਂ ਸਿੱਧੀਆਂ ਸੁਤੇ ਹੀ ਫਿਰਦੀਆਂ, ਫਿਰਦੀਆਂ ਆਪਣੇ ਆਪ। ਕਿਉਂਕਿ ਜਿੱਥੇ ਪਰਮੇਸ਼ਰ ਦੇ ਪਿਆਰੇ ਭਗਤ ਸੰਤ, ਉਹ ਨਗਰ ਕੈਸਾ ਹੈ, ਉਸ ਸਥਾਨ ਪ੍ਰਤੀ ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਨੇ, ਉਹ ਬੈਕੁੰਠ ਧਾਮ ਹੈ। ਕੋਈ ਛੋਟਾ ਮੋਟਾ ਸਥਾਨ ਨਹੀਂ,
ਉਹ ਬੈਕੁੰਠ ਧਾਮ ਜਿੱਥੇ ਰੱਬ ਦੇ ਜਨ ਰਹਿੰਦੇ ਨੇ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਤੇ ਰੱਬ ਦੇ ਜਨਾਂ ਦਾ ਵਾਸਾ। ਤੇ ਭਗਤੀ ਦੀ ਹੀ ਗੱਲ, ਭਗਤੀ ਤੋਂ ਬਿਨਾਂ ਦੂਜੀ ਗੱਲ। ਕਿਉਂਕਿ ਬਾਬਾ ਜੀ ਨੇ ਬਖਸ਼ੀਸ਼ਾਂ ਕੀਤੀਆਂ ਨੇ, ਨਾਨਕ ਸਰ ਭਗਤੀ ਦਾ ਘਰ। ਭਾਈ ਗੁਰੂ ਨਾਨਕ ਦਾ ਘਰ ਹੈ, ਇਹ ਭਗਤੀ ਦਾ ਘਰ ਹੈ। ਬਖਸ਼ੀਸ਼ਾਂ ਮਿਲਣਗੀਆਂ, ਤੇਰੀ ਭਾਵਨਾ ਬਣ ਜਾਵੇ, ਸ਼ਰਧਾ ਬਣ ਜਾਵੇ। ਫਿਰ ਝੋਲੀਆਂ ਭਰਦੀਆਂ ਨੇ ਜਿਨ੍ਹਾਂ ਦੀ ਭਾਵਨਾ ਸ਼ਰਧਾ। ਉਹ ਜੋ ਮੰਗਦੇ ਨੇ, ਜੋ ਮੰਗੈ ਠਾਕਰੇ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾ ਊਹਾ ਸੱਚ ਹੋਵੇ। ਉਹ ਸੱਚ ਹੋ ਜਾਂਦਾ। ਨਾਨਕ ਨਾਮ ਤੇ ਆਏ ਸਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਓ। ਜੋ ਨਾਮ ਸਿਮਰ ਕੇ ਸੱਚੇ ਵਿੱਚ ਰਤੇ ਨੇ ਪ੍ਰੀਤਵਾਨ ਨੇ, ਜੋ ਤਿਸ ਨੂੰ ਭਾਵਦੀ ਸੋ ਕਾਰ ਕਰਦੇ ਨੇ। ਉਹਦੀ ਰਜਾ ਵਿੱਚ ਰਹਿੰਦੇ ਨੇ ਕਿ ਜੋ ਮੇਰੇ ਵਾਹਿਗੁਰੂ ਨੂੰ ਭਾਇਆ ਚੰਗਾ ਹੈ। ਭਾਵੇਂ ਕਿ ਭਗਤੀ ਵਿੱਚ ਰਤੇ ਰਹਿੰਦੇ ਨੇ, ਨਾਮ ਜਪਦੇ ਨੇ, ਉਹ ਜਪਣ ਦਾ ਉਪਦੇਸ਼ ਦਿੰਦੇ ਨੇ। ਵਾਜੋ ਮਹਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਗਿਆਨੀ ਤੇ ਭਗਤਾਂ ਦਾ ਨਿਹਚਾ ਲਾਭ ਸਤਿਗੁਰੂ ਫਰਮਾਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਬੁੱਧੀ ਆਦਿਕਾਂ ਦੇ ਅੰਦਰ ਸ਼ੁੱਧ ਸਰੂਪ ਪਿਆਰਾ ਬਣਿਆ ਹੋਇਆ, ਸੋ ਤੇ ਹੀ ਸਿੱਧ ਸੋਭ ਰਿਹਾ ਹੈ ਵਾਹਿਗੁਰੂ। ਤੂੰ ਗੁਰੂ ਦੇ ਸ਼ਬਦ ਦੀ ਜਿਨ੍ਹਾਂ ਨੂੰ ਭਾਈ ਪਰਖ ਹੋ ਗਈ, ਤਿਨਾਂ ਨੇ ਸੰਸੇ ਵਿਪਰਜੇ ਤੋਂ ਰਹਿਤ ਸੰਤਾਂ ਨੇਚਾ ਕਰ ਲਿਆ, ਬਖਸ਼ੀਸ਼ਾਂ ਲਈਆਂ। ਜਿਨ ਸੱਚ ਪੱਲੇ ਸੱਚ ਵਖਾਣ, ਸੱਚ ਕਸਵੱਟੀ ਲਾਵਣਿਆ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਸੱਚ ਨਾਮ ਹੈ, ਸੋ ਮੁੱਖ ਕਰਕੇ ਵੀ ਸੱਚ ਬੋਲਦੇ ਨੇ ਕਿ ਤਿਨਾਂ ਨੂੰ ਗੁਰੂ ਨੇ ਸੱਚੇ ਸਾਧਨਾ ਰੂਪੀ ਕਸਵੱਟੀ ਲਾਈ ਹੈ। ਹੋ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਅੰਜਨ ਮਾਹੇ ਨਰਿੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਮੈਂ ਮਨ ਤਨ ਕਰਕੇ ਉਹਨਾਂ ਦੇ ਬਲਿਹਾਰ ਕੁਰਬਾਨ ਜਾਂਦਾ ਸਾਂ, ਜਿਨ੍ਹਾਂ ਨੇ ਭਾਈ ਗੁਰੂ ਦੀ ਬਾਣੀ ਮਨ ਵਿੱਚ ਵਸਾ ਲਈ। ਮਾਇਆ ਦੇ ਵਿੱਚ ਜੋ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਨੂੰ ਪਾ ਲਿਆ, ਜੋਤੀ ਰੂਪ ਜੋਤ ਨੂੰ ਮਿਲਾਇਆ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਰਿੰਜਨ ਅਤ ਅਗਮ ਅਪਾਰਾ। ਇਸ ਕਾਇਆ ਦੇ ਵਿੱਚ, ਇਸ ਸਰੀਰ ਦੇ ਵਿੱਚ ਗੁਣਾ ਰੂਪੀ ਪਸਾਰਾ ਭਾਈ ਬਹੁਤ ਹੈ। ਨਾਮ ਜਿਸ ਦਾ ਅਕਾਲ ਪੁਰਖ ਵਾਹਿਗੁਰੂ ਰਿੰਜਨ ਹੈ, ਅਤੀ ਅਗਮ ਅਪਾਰ ਹੈ, ਸੋ ਵੀ ਇਸ ਦੇ ਅੰਦਰ ਹੀ ਵਸਦਾ ਹੈ, ਕਿਤੇ ਦੂਰ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਪਾਤਸ਼ਾਹ ਫਰਮਾਉਂਦੇ ਨੇ ਜੋ ਗਿਆਨੀ ਹੁੰਦਾ ਹੈ, ਗੁਰਮੁਖ ਗੁਰੂ ਨੂੰ ਮੁੱਖ ਰੱਖਣ ਵਾਲਾ, ਗੁਰਮਤੀਆ ਗੁਰ ਸ਼ਬਦੀ, ਉਸਨੂੰ ਗੁਰਮੁਖ ਕਹਿੰਦੇ ਨੇ। ਸੋਈ ਉਸ ਪਰਮੇਸ਼ਰ ਨੂੰ ਪਾ ਲੈਂਦਾ, ਕਿਉਂਕਿ ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ਨੂੰ ਮੰਨਿਆ। ਆਪ ਹੀ ਗਿਆਨ ਬਖਸ਼ ਕੇ ਵਾਹਿਗੁਰੂ ਮਿਲਾ ਲੈਂਦਾ। ਮੇਰਾ ਠਾਕੁਰ ਸਚ ਦਿਲੜਾਏ, ਗੁਰ ਪ੍ਰਸਾਦੀ ਸੱਚ ਚਿਤ ਲਾਏ। ਜਿਨ੍ਹਾਂ ਨੂੰ ਮੇਰਾ ਠਾਕੁਰ
ਸੱਚ ਨਿਸ਼ਚੇ ਕਰਾ ਦਿੰਦਾ ਕਿ ਭਾਈ ਸੱਚ ਹੈ, ਸੱਚੇ ਨੂੰ ਜਪੋ। ਕੂੜ ਨੇ ਨਖੁੱਟ ਜਾਣਾ ਹੈ, ਜਿੱਤ ਸੱਚ ਦੀ ਹੋਣੀ ਹੈ। ਸੱਚੇ ਦੇ ਨਾਮ ਨੂੰ ਆਰਾਧੋ, ਸਰਬ ਸਥਾਨਾਂ ਵਿੱਚ ਸੱਚ ਵਰਤ ਰਿਹਾ, ਸੱਚ ਵਿੱਚ ਸੱਚ ਰੂਪ ਹੋ ਕੇ ਸਮਾ ਗਏ। ਸੱਚੋ ਸੱਚ ਵਸਦਾ ਹੈ, ਸਭਨੀ ਥਾਈ ਸੱਚੇ ਸੱਚ ਸਮਾਵਣੇ। ਜੇ ਕਰਕੇ ਸਭ ਸਥਾਨਾਂ ਵਿੱਚ ਸੱਚ ਵਰਤਦਾ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਸ਼, ਸਭ ਕੁਝ ਸੱਚ ਹੀ ਸੱਚ ਹੈ। ਗੁਰਮੁਖਾਂ ਦਾ ਨਿਹਚਾ ਕੈਸਾ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਵੇ ਪਰਵਾਹੋ ਸੱਚ ਮੇਰਾ ਪਿਆਰਾ, ਕਿਲ ਵਿਖ ਅਵਗਣ ਕਾਟਣ ਹਾਰਾ। ਗੁਰਮੁਖਾਂ ਦਾ ਇਹ ਨਿਹਚਾ ਵਿਸ਼ਵਾਸ ਹੁੰਦਾ ਹੈ ਆਪਣੇ ਮੁਰਸ਼ਿਦ ਸਮਰੱਥ ਗੁਰੂ ਤੇ, ਕਿ ਮੇਰਾ ਪਿਆਰਾ ਵਾਹਿਗੁਰੂ ਬੇਪਰਵਾਹ ਹੈ, ਕਿਸੇ ਦੀ ਕਨੌੜ ਅਧੀਨਗੀ ਨਹੀਂ, ਬੇਮੋਹਤਾਜਗੀ ਨਹੀਂ। ਔਗਣਾਂ ਨੂੰ, ਪਾਪਾਂ ਨੂੰ ਉਹ ਕੱਟਣ ਵਾਲਾ ਹੈ, ਖਿੰਨ ਪਲ ਵਿੱਚ ਕੱਟ ਦਿੰਦਾ ਹੈ। ਬੇਪਰਵਾਹੋ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗਣ ਕਾਟਣ ਹਾਰਾ। ਕਿਉਂਕਿ ਆਪਣੇ ਗੁਰੂ ਤੇ ਮਾਣ ਤੇ ਤਾਣ ਵੀ ਹੈ, ਕਿਉਂਕਿ ਗੁਰੂ ਸਮਰੱਥ ਹੈ। ਸਮਰੱਥ ਗੁਰੂ ਦੀ ਛੰਡ ਲਈ ਫਿਰ ਗੁਰੂ ਰੱਖਦਾ ਵੀ ਹੈ। ਪ੍ਰੇਮ ਪ੍ਰੀਤ ਸਦਾ ਧਿਆਈਐ, ਭੈ ਪਾਏ ਭਗਤ ਦਿਰੜਾ ਬਣਿਆ। ਅਤੀ ਪ੍ਰੇਮ ਕਰਕੇ ਸਦੀਵ ਤਿਸ ਨੂੰ ਭਾਈ ਧਿਆਈਏ, ਜਪੀਏ। ਜਿਨ੍ਹਾਂ ਨੂੰ ਪ੍ਰੇਮਾ ਭਗਤੀ ਪ੍ਰਾਪਤ ਹੋਈ, ਉਹ ਆਪ ਜਿਹੜੇ ਕਰਦੇ ਨੇ ਔਰਾਂ ਨੂੰ ਵੀ ਜਪਣ ਲਾ ਦਿੰਦੇ ਨੇ। ਆਪ ਜਪਦੇ ਨੇ, ਜਪਾਉਂਦੇ, ਪਰ ਬੇਨਤੀ ਕਰਦੇ ਨੇ, ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪਛੋਤਾਵੈ। ਇਹ ਸੱਚੇ ਮੇਰੇ ਗੁਰੂ ਨਾਨਕ, ਤੇਰੀ ਭਗਤੀ ਸੱਚੀ ਹੈ, ਪ੍ਰਾਪਤ ਤਾਂ ਹੁੰਦੀ ਹੈ ਜੇਕਰ ਜੀਵ ਦਾ ਕਰਤੱਵ ਤੈਨੂੰ ਭਾ ਜਾਵੇ, ਤੈਨੂੰ ਚੰਗਾ ਲੱਗੇ। ਜਿਸਨੂੰ ਤੂੰ ਆਪ ਦਿੰਦਾ ਹੈ ਉਹ ਪਛਤਾਪ ਨਹੀਂ ਕਰਦਾ, ਉਹ ਪਛਤਾਉਂਦਾ ਨਹੀਂ, ਉਸ 'ਤੇ ਵੱਡੀਆਂ ਬਖਸ਼ਿਸ਼ਾਂ ਹੋ ਜਾਂਦੀਆਂ। ਸਭਨਾ ਜੀਆ ਕਾ ਏਕੋ ਦਾਤਾ, ਸਭ ਦੇ ਮਾਰ ਜੀਵਾ ਬਣਿਆ। ਸਾਰਿਆਂ ਜੀਵਾਂ ਦਾ ਦਾਤਾ ਕਿ ਮੇਰੇ ਗੁਰੂ ਨਾਨਕ ਤੂੰ ਇੱਕ ਹੈ, ਕੋਈ ਦੂਜਾ ਨਹੀਂ। ਗੁਰੂ ਉਪਦੇਸ਼ ਸੰਸਾਰ ਦੀ ਤਰਫ ਤੋਂ ਮਾਰ ਕੇ ਆਪਣੀ ਤਰਫ ਜਵਾ ਲੈਂਦਾ। ਹਰ ਤੁਧ ਵਾਜੋ ਮੈਂ ਕੋਈ ਨਾਹੀ, ਹਰ ਤੁਧ ਸੇਵੀ ਤੈ ਤੁਧ ਸਲਾਹੀ। ਕਿ ਮੇਰੇ ਗੁਰੂ ਨਾਨਕ, ਤੇਰੇ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ। ਤੇਰੀ ਸੇਵਾ ਕਰਾਂ, ਤੇਰੀ ਟਹਿਲ ਕਰਾਂ, ਤੇਰੀ ਉਸਤਤ ਕਰਾਂ, ਇਹ ਬਖਸ਼ਿਸ਼ ਕਰ। ਕਿਉਂਕਿ ਤੂੰ ਹੀ ਦੀਨ ਦੁਨੀਆ ਦਾ ਮਾਲਕ ਹੈ। ਤੇਰੀ ਸ਼ਰਨ ਵਿੱਚ ਆਏ ਹਾਂ, ਉਹ ਤੇਰਾ ਬਿਰਦ ਵੀ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਉਹ ਬਿਰਦ ਸੁਆਮੀ ਸੰਦਾ ਤੂੰ ਰੱਖਦਾ। ਆਪੇ ਮੇਲ ਲਿਓ ਪ੍ਰਭ ਸਾਚੈ, ਪੂਰਾ ਕਰਮ ਤੂੰ ਪਾਵਣਿਆ। ਕਿ ਮੇਰੇ ਗੁਰੂ ਨਾਨਕ ਸੱਚੇ ਪਰਵਰਦਗਾਰ, ਆਪ ਆਪਣੇ ਸਾਥ ਮੈਨੂੰ ਮਿਲਾ ਲਓ। ਪੂਰੇ ਕਰਮ ਵਾਲਿਆਂ ਨੇ ਤੈਨੂੰ ਪਾਇਆ, ਕਿਉਂਕਿ ਕਰਮ ਵੀ ਬਣਾਵਣੇ ਪੈਂਦੇ ਨੇ ਤਾਂ ਬਣਦੇ। ਕਰਮ ਬਣਾਉਣੇ ਪੈਂਦੇ ਨੇ, ਕਿਉਂਕਿ ਬਿਨਾਂ ਕਰਮਾਂ ਤੋਂ ਕੁਝ ਮਿਲਦਾ ਨਹੀਂ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਤਾਂ। ਜੋ ਪਾਤਸ਼ਾਹ ਫਰਮਾਉਂਦੇ ਨੇ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਜ,
ਧਿਆਇਂਦਿਆਂ ਤੂੰ ਪ੍ਰਭੂ ਬਿਲ ਨਾਨਕ ਉਤਰੀ ਚਿੰਤਾ। ਸਾਰੀ ਚਿੰਤਾ ਤੂੰ ਜੇ ਉਦਮ ਕਰਕੇ ਸੱਚੇ ਪਰਮੇਸ਼ਰ ਦੀ ਯਾਦ ਵਿੱਚ ਜੁੜਾਂਗੇ, ਨਾਮ ਨੂੰ ਜਪਾਂਗੇ, ਆਪਣੇ ਕਰਮ ਭਾਗ ਬਣਨਗੇ। ਪਾਤਸ਼ਾਹ ਫਰਮਾਉਂਦੇ ਨੇ, ਆਪੇ ਮੇਲ ਲਿਓ ਪ੍ਰਭ ਸਾਚੈ, ਬੂਝੈ ਕਰਮ ਤੂੰ ਪਾਵਨ। ਕਿ ਮੇਰੇ ਗੁਰੂ ਨਾਨਕ ਆਪਣੇ ਮੇਲ ਵਿੱਚ ਆਪ ਮਿਲਾ ਲਓ। ਪੂਰੇ ਕਰਮ ਵਾਲਿਆਂ ਨੇ ਤੈਨੂੰ ਪਾਇਆ, ਵੱਡਿਆਂ ਭਾਗਾਂ ਵਾਲਿਆਂ ਨੇ ਤੇਰੀ ਪ੍ਰਾਪਤੀ ਕਰ ਲਈ। ਮੈਂ ਹੋਰ ਨਾ ਕੋਈ ਤੁਧੈ ਜੇਹਾ, ਤੇਰੀ ਨਦਰ ਸੀ ਜਿਸ ਦੇਹਾ। ਹੇ ਮੇਰੇ ਗੁਰੂ ਨਾਨਕ, ਤੇਰੇ ਜੈਸਾ ਮੈਨੂੰ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ। ਹੇ ਨਦਰ ਦੇ ਕਰਨ ਵਾਲੇ, ਤੇਰੀ ਕਿਰਪਾ ਰੇਟੀ ਕਰਕੇ ਸਰੀਰ ਦੇ ਸਹਿਤ ਕਲਿਆਣ ਹੁੰਦੇ, ਜੀਵਨ ਮੁਕਤ ਹੋ ਜਾਈਦਾ। ਤੋ ਤੇਰੀ ਨਦਰ ਜਿਨ੍ਹਾਂ ਤੇ ਹੋ, ਜਿਨ੍ਹਾਂ ਤੇ ਤੂੰ ਨਦਰ ਕੀਤੀ ਉਹ ਤਰਿਆ। ਮੈਂ ਹੋਰ ਨਾ ਕੋਈ ਤੁਧੈ ਜੇਖਾ, ਤੇਰੇ ਵਰਗਾ ਮੈਨੂੰ ਹੋਰ ਕੋਈ ਪ੍ਰਤੀਤ ਹੀ ਨਹੀਂ ਹੁੰਦਾ, ਕਿਉਂਕਿ ਤੂੰ ਸਭ ਤੋਂ ਵੱਡਾ ਮਾਲਕ, ਦੀਨ ਦੁਨੀਆ ਦਾ ਸਿਰਜਣਹਾਰ ਤੂੰ ਦਾਤਾਰ। ਤੂੰ ਆਪ ਨਿਰਗੁਣ ਤੋਂ ਸਦਗੁਣ ਦੇ ਰੂਪ ਵਿੱਚ ਆਇਆ। ਇਹ ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀ ਹੈ। ਤੂੰ ਆਪ ਅਕਾਲ ਪੁਰਖ ਹੈ ਗੁਰੂ ਨਾਨਕ, ਕੋਈ ਦੂਜਾ ਅਕਾਲ ਪੁਰਖ ਨਹੀਂ, ਤੂੰ ਆਪ ਹੀ ਨਿਰਗੁਣ ਤੋਂ ਸਦਗੁਣ ਦੇ ਰੂਪ ਵਿੱਚ ਆਇਆ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੂੰ ਆਪ ਆਕਾਰ ਤੋਂ ਆਕਾਰ ਕੀਤਾ। ਭੱਟ ਤਾਂ ਕਹਿੰਦੇ ਨੇ ਕਿ ਸਤਿਗੁਰੂ, ਸਤਯੁਗ ਦੇ ਵਿੱਚ ਵੀ ਤੂੰ ਆਪ ਅਵਤਾਰ ਧਾਰਿਆ, ਤ੍ਰੇਤੇ ਯੁੱਗ ਦੁਆਪਰ ਵਿੱਚ, ਕਲਯੁਗ ਵਿੱਚ ਵੀ ਤੂੰ ਆਪ, ਕੋਈ ਦੂਜਾ ਨਹੀਂ। ਸਤਯੁਗ ਤੈ ਮਾਣਿਓ ਛਲਿਓ, ਬਲ ਬਾਵਨ ਪਾਇਓ, ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਦ ਕੰਸ ਕਰਤਾਰ ਚੁੱਕੀਓ, ਉਗਲ ਸੈਨ ਕੋ ਰਾਜ ਭੈ ਭਗਤ ਹੈ ਜਾਂਦੀਓ। ਕਲਯੁਗ ਅਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਕਿਉਂਕਿ ਤੂੰ ਆਦ ਪੁਰਖ ਹੈ, ਕੋਈ ਦੂਜਾ ਨਹੀਂ। ਪਰ ਜਿਨ੍ਹਾਂ ਦੀ ਭਾਵਨਾ, ਜਿਨ੍ਹਾਂ ਦੀ ਸ਼ਰਧਾ, ਉਹਨਾਂ ਨੇ ਤੈਨੂੰ ਜਾਣ ਲਿਆ, ਪਹਿਚਾਣ ਲਿਆ, ਤੇਰੀ ਸ਼ਰਨ ਲੈ ਲਈ, ਝੋਲੀਆਂ ਭਰ ਲਈਆਂ। ਪਾਤਸ਼ਾਹ ਫਰਮਾਉਂਦੇ ਨੇ, ਮੈਂ ਹੋਰ ਨਾ ਕੋਈ ਤੁਧੈ ਜੇਖਾ। ਕਿ ਮੇਰੇ ਗੁਰੂ ਨਾਨਕ, ਤੇਰੇ ਤੋਂ ਬਿਨਾਂ ਮੈਨੂੰ ਕੋਈ ਹੋਰ ਨਹੀਂ, ਤੇਰੇ ਵਰਗਾ ਕੋਈ ਹੈ ਹੀ ਨਹੀਂ, ਤੂੰ ਹੀ ਹੈ। ਤੇਰੀ ਨਦਰੀ ਸੀ ਜਿਸ ਦੇਖਾ, ਤੇਰੀ ਨਦਰ ਹੋ ਗਈ, ਇਹ ਤਨ ਕਲਿਆਣ ਹੋ ਗਿਆ, ਜੀਵਨ ਮੁਕਤ ਹੋ ਗਏ। ਆਨੰਦ ਨਸਾਰ ਸੰਭਾਲ ਹਰ ਰਾਖੇ, ਗੁਰਮੁਖ ਸਹਿਜ ਸਮਾਵਣਿਆ। ਰਾਤ ਦਿਨ ਸਭ ਜੀਵਾਂ ਦੀ ਸਿਹਤ ਸੰਭਾਲ ਰੱਖਦਾ। ਕੈਸਾ ਦਾਤਾ ਹੈ ਮੇਰਾ ਵਾਹਿਗੁਰੂ। ਦਿਨ ਤੇ ਰਾਤ ਦੀ ਉਸ ਨੂੰ ਚਿੰਤਾ ਹੈ। ਇਹ ਨਹੀਂ ਕਿ ਕੇਵਲ ਦਿਨ ਹੀ ਰਾਤ ਨੂੰ, ਆਪ ਸੰਭਾਲ ਆਪ ਰੱਖਿਆ, ਇੱਕ ਦੀ ਨਹੀਂ ਸਾਰੇ ਜਗਤ ਦੀ। ਪਾਤਸ਼ਾਹ ਸਤਿਗੁਰਾਂ ਦੇ ਪਾਵਨ ਬਚਨ ਨੇ ਸੋਢੀ ਸੁਲਤਾਨ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ। ਉਹ ਐਸਾ ਦਾਤਾ, ਐਸਾ ਪਰਮੇਸ਼ਰ ਗੁਰੂ ਨਾਨਕ, ਜਿੱਥੇ ਵੀ ਤੂੰ ਯਾਦ ਕਰ ਲਵੇਂ ਉਸ ਨੂੰ, ਤੇਰੀ ਸਹਾਇਤਾ ਕਰੇਗਾ। ਰਾਤ ਹੈ ਦਿਨ ਹੈ, ਤੇ ਦਿਨ ਰਾਤ ਖਬਰ ਰੱਖਦਾ। ਜਿੱਥੇ ਹਰ ਅਰਾਧੀ ਹੈ, ਤਿੱਥੇ ਹਰ ਮਿੱਤ ਸਹਾਈ। ਤਤਕਾਲ ਮਿੱਤਰ ਬਣ ਕੇ ਸਹਾਇਤਾ ਕਰੇਗਾ। ਐਸਾ ਦਾਤਾ ਹੈ ਮੇਰਾ ਵਾਹਿਗੁਰੂ। ਦਿਨ ਰਾਤ ਸੰਭਾਲ ਕਰਦਾ, ਪਰ ਮਨੁੱਖ ਫਿਰ ਵੀ ਅਕਿਰਤ ਘਣ ਬਣ ਜਾਂਦਾ ਹੈ। ਉਸ ਦਾਤੇ ਦੀ ਬਖਸ਼ਿਸ਼, ਕਿਰਪਾ, ਪਰ ਉਪਕਾਰਾਂ ਨੂੰ ਵਿਸਾਲ ਦਿੰਦਾ। ਸੁਤੇ ਕਹਿੰਦਾ, ਸਮਾਂ ਨਹੀਂ, ਟਾਈਮ ਨਹੀਂ ਜਪਣ ਦਾ।
ਗੁਰੂ ਘਰ ਜਾਣ ਦਾ ਸਮਾਂ ਨਹੀਂ। ਬੜੇ ਵਿਹਾਰ ਧੰਦੇ, ਪਰ ਉਸ ਦਾਤੇ ਤੋਂ ਮੁਨਕਰ ਹੋ ਜਾਂਦਾ। ਕਿਉਂਕਿ ਜਿਨ੍ਹਾਂ ਨੇ ਉਸ ਦਾਤੇ ਦੀ ਬਖਸ਼ਿਸ਼ ਲਈ ਹੈ, ਉਸ ਦਾਤੇ ਨੂੰ ਯਾਦ ਰੱਖਿਆ ਕਿ ਇਹ ਦਾਤਾਂ ਮੇਰੇ ਵਾਹਿਗੁਰੂ ਗੁਰੂ ਨਾਨਕ ਨੇ ਦਿੱਤੀਆਂ ਨੇ, ਇਹ ਮੇਰੀਆਂ ਨਹੀਂ ਉਸ ਦੀਆਂ ਨੇ। ਮੈਂ ਤਾਂ ਉਸ ਦਾ ਕੁੱਕਰ ਹਾਂ, ਇੱਕ ਰਾਜਾ ਸੀ, ਬੜਾ ਧਰਮੀ ਰਾਜਾ, ਬੜਾ ਦਾਨ ਪੁੰਨ ਕਰਨ ਵਾਲਾ। ਦਾਨ ਦੇ ਰਿਹਾ ਸੀ ਰਾਜਾ। ਇੱਕ ਦਿਨ ਫਕੀਰ ਮਹਾਤਮਾ ਵੀ ਉਸ ਲਾਈਨ ਵਿੱਚ ਖਲੋ ਗਏ ਜੋ ਦਾਨ ਲੈਣ ਵਾਲੇ ਖਲੋਤੇ। ਦੋ ਵਾਰੀ ਆਈ, ਫਕੀਰ ਨੇ ਪੁੱਛਿਆ, ਰਾਜਨ ਮੈਂ ਦੇਖ ਰਿਹਾ ਸੀ ਸਭਨਾਂ ਦੀਆਂ ਝੋਲੀਆਂ ਵਿੱਚ ਤੂੰ ਦਾਨ ਪਾਉਂਦਾ, ਪਰ ਜਦੋਂ ਦਾਨ ਪਾਉਂਦਾ ਹੈ ਨੇਤਰ ਤੇ ਸੀਸ ਨੀਵਾਂ ਕਰ ਲੈਂਦਾ। ਕੀ ਕਾਰਨ ਹੈ, ਕਿਉਂ? ਜਦੋਂ ਪੁੱਛਣਾ ਕੀਤਾ, ਰਾਜਾ ਕਹਿਣ ਲੱਗਾ, ਫਕੀਰ ਸਾਈਂ, ਮਤ ਮੇਰੇ ਵਿੱਚ ਇਹ ਹੰਕਾਰ ਆ ਜਾਵੇ ਕਿ ਮੈਂ ਦਾਤਾਂ ਦਿੰਦਾ ਹਾਂ। ਮੈਂ ਕੌਣ ਹਾਂ ਦਾਤਾ? ਮੈਂ ਤਾਂ ਉਸ ਦਾਤੇ ਦਾ ਇੱਕ ਮੰਗਤਾ ਹਾਂ, ਚੱਕ ਰੱਖਾਂ। ਦਾਤਾਂ ਉਸ ਦੀਆਂ ਨੇ, ਮੇਰੇ ਜਰੀਏ ਦੇ ਰਿਹਾ। ਮਤ ਮੇਰੇ ਮਨ ਵਿੱਚ ਇਹ ਹੰਕਾਰ ਆ ਜਾਵੇ, ਮੈਂ ਸੀਸ ਤੇ ਨੇਤਰ ਨਿਵਾਹ ਲੈਂਦਾ ਹਾਂ ਕਿ ਮੈਂ ਨਹੀਂ ਦਿੰਦਾ, ਇਹ ਮੇਰਾ ਦਾਤਾ ਦੇ ਰਿਹਾ, ਪਰਮਾਤਮਾ ਦੇ ਰਿਹਾ। ਫਕੀਰ ਨੇ ਕਿਹਾ, ਰਾਜਨ ਤੂੰ ਮੁਕਤ ਹੋਵੇਂਗਾ। ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਜੋ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪਾਵਨ ਬਚਨ ਕਹਿੰਦੇ ਨਹੀਂ, ਉਹ ਦਾਤਾ ਐਸਾ ਹੈ, ਅਨ ਦਿਨ ਸਾਧ ਸੰਭਾਲ ਹਰ ਰੱਖ, ਗੁਰਮੁਖ ਸਹਿਜ ਸਮਾਵਣ। ਦਿਨ ਰਾਤ ਸੰਭਾਲ ਕਰਦਾ ਹੈ ਸਭਨਾ, ਪਰ ਇਹ ਆਪਣੇ ਆਪ ਨੂੰ ਜਣਾਉਂਦਾ ਵੀ ਨਹੀਂ ਕਿ ਮੈਂ ਤੇਰੀ ਸੰਭਾਲ ਕੀਤੀ। ਗੁਰਮੁਖ ਸੁਭਾਵ ਕਰਕੇ ਤੇਰੇ ਵਿੱਚ ਸਮਾ ਗਏ, ਕਿਉਂਕਿ ਸੁਤੇ ਹੀ ਗੁਰਮੁਖ ਸਮਾ ਜਾਂਦੇ ਨੇ। ਸੁਭਾਵ ਜੋ ਸਦਾਤੇ ਮੇਰੇ ਗੁਰੂ ਨਾਨਕ ਨੂੰ ਜਪਦੇ ਨੇ, ਟੇਕ ਲੈ ਲਈ ਗੁਰੂ ਨਾਨਕ ਦੀ, ਛੰਡ ਲੈ ਲਈ, ਫਿਰ ਉਹ ਮਿਲ ਜਾਂਦੇ ਨੇ। ਤੁਧ ਜੇ ਵਡ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰ ਜੀ ਆਪੇ ਗੋਈ। ਹੇ ਮੇਰੇ ਗੁਰੂ ਨਾਨਕ, ਤੇਰੇ ਜੈਸਾ ਵੱਡਾ ਮੈਨੂੰ ਕੋਈ ਹੋਰ ਦ੍ਰਿਸ਼ਟੀ ਹੀ ਨਹੀਂ ਆਉਂਦਾ। ਤੇਰੇ ਸਮ ਕੋਈ ਦੂਜਾ ਨਹੀਂ। ਤੈਨੇ ਆਪ ਹੀ ਸ੍ਰਿਸ਼ਟੀ ਨੂੰ ਰਚਿਆ, ਆਪ ਹੀ ਸਮਾ ਲਈ, ਕਿਉਂਕਿ ਰਚਣ ਵਾਲਾ ਵੀ ਤੂੰ ਹੈ, ਸਮਾਵਣ ਵਾਲਾ ਵੀ ਤੂੰ ਹੈ, ਕੋਈ ਦੂਜਾ ਨਹੀਂ। ਤੇਰੇ ਹੁਕਮ ਦੇ ਵਿੱਚ ਜਗਤ ਹੈ, ਕਿਉਂਕਿ ਜਿਵ ਜਿਵ ਹੁਕਮ ਤਵੈ ਤਵ ਕਾਰ। ਉਵੇਂ ਕਾਰ ਕਰ ਰੱਖੇ ਇਹ ਦੇਵੀ ਦੇਵਤੇ 33 ਕਰੋੜ, ਸਭ ਤੇਰੇ ਹੁਕਮ ਦੇ ਵਿੱਚ ਬੱਧੇ ਹੋਏ। ਤੂੰ ਆਪੇ ਹੀ ਘੜ ਭੰਨ ਸਵਾਰੇ, ਨਾਨਕ ਨਾਮ ਸੁਹਾਵਣਿਆ। ਹੇ ਮੇਰੇ ਗੁਰੂ ਨਾਨਕ, ਤੂੰ ਆਪ ਹੀ ਪ੍ਰਪੰਚ ਨੂੰ, ਜਗਤ ਨੂੰ ਰਚਦਾ, ਪਾਲਦਾ ਵੀ ਆਪ, ਪਰਲੇ ਵੀ ਆਪ ਕਰਦਾ। ਪਰਮਾਤਮ ਤੇ ਕਿ ਨਾਮੀ ਤੂੰ ਅਸੰਗ ਵੀ ਹੋਇਆ ਸੋਭ ਰਿਹਾ, ਕਿਉਂਕਿ ਅਸੰਗ ਵੀ ਰਹਿੰਦਾ ਹੈ। ਨਿਰਲੇਪ ਤੇ ਅਸੰਗ ਹੈ ਸਰਬ ਵਿਆਪਕ, ਪਰ ਹੈ ਤੂੰ ਅਸੰਗ ਨਿਰਲੇਪ। ਬੇਨਤੀ ਕੀਤੀ ਪਾਤਸ਼ਾਹ ਅੱਗੇ, ਸਤਿਗੁਰੂ ਗੁਰਦੇਵ ਪਰਮੇਸ਼ਰ ਦਾ ਸਰੂਪ ਕਥਨ ਕਰੋ, ਕੈਸਾ ਹੈ ਪਰਮੇਸ਼ਰ। ਪਾਤਸ਼ਾਹ ਫਰਮਾਉਂਦੇ ਨੇ, ਮਾਝ ਮਹਲਾ ਤੀਜਾ, ਸਭ ਘਟ ਆਪੇ ਭੋਗਣ ਹਾਰਾ, ਅਲਖ ਵਰਤੈ ਅਗਮ ਅਪਾਰਾ। ਭਾਈ ਸਰਬ ਘਟਾਂ ਵਿੱਚ ਵਾਹਿਗੁਰੂ ਆਪ ਭੋਗਣ ਵਾਲਾ, ਭੋਗੀ ਵੀ ਆਪ ਹੈ। ਬੇਅੰਤ ਅਲਖ ਅਗਮ, ਆਪ ਸਰਬੱਤਰ ਵਰਤ ਰਿਹਾ ਹੈ ਮੇਰਾ ਵਾਹਿਗੁਰੂ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ,
ਸਹਿਜੇ ਸੱਚ ਸਮਾਵਣਿਆ। ਗੁਰੂ ਦੇ ਉਪਦੇਸ਼ ਕਰਕੇ ਐਸਾ ਮੇਰਾ ਪ੍ਰਭੂ ਹਰੀ ਧਿਆਈ ਦਾ, ਜਿਨ੍ਹਾਂ ਨੇ ਭਾਈ ਗੁਰ ਸ਼ਬਦੀਆਂ ਨੇ ਮਤੀਆਂ ਨੇ ਧਿਆਇਆ, ਸੋ ਨਿਰਯਤਨ ਹੀ ਸੱਚ ਵਿੱਚ ਸਮਾ ਕੇ ਬਖਸ਼ੀਸ਼ਾਂ ਲਈਆਂ। ਹੋ ਵਾਰੀ ਜੀਓ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਬੂਝੈ ਤਾਂ ਮਨ ਸਿਉ ਲੂਝੈ, ਮਨ ਸਾ ਮਾਰ ਸਮਾਵਣਿਆ। ਜੋ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਉਂਦੇ ਨੇ, ਮੈਂ ਤੇਨਾਂ ਪਰ ਮਨ ਤਨ ਕਰਕੇ ਵਾਰ ਨਹੀਂ ਜਾਂਦਾ। ਇਹ ਭਾਈ ਗੁਰੂ ਉਪਦੇਸ਼ ਕਰਕੇ ਜਿਸ ਨੂੰ ਪਰਲੋਕ ਦੀ ਸੋਝੀ ਹੋਈ, ਸੋ ਮਨ ਦੇ ਸਾਥ ਝਗੜਦਾ, ਵਿਕਾਰਾਂ ਮਨ ਤੋਂ ਹਟਾਉਂਦਾ, ਵਾਸ਼ਨਾ ਨੂੰ ਮਾਰ ਕੇ ਵਾਹਿਗੁਰੂ ਵਿੱਚ ਸਮਾ ਜਾਂਦਾ। ਪੰਜ ਦੂਤ ਮੋਹੇ ਸੰਸਾਰਾ, ਮਨ ਮੁਖ ਅੰਦੇ ਸੁਧ ਨਾ ਸਾਰਾ। ਕਾਮਾਦੀ ਜੋ ਪੰਜ ਨੇ, ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਸੋ ਮਾਨੋ ਜਮ ਦੇ ਦੂਤ ਨੇ ਪੰਜੇ ਵਿਕਾਰ। ਕਿਉਂਕਿ ਇਹਨਾਂ ਦੇ ਸੰਗ ਕਰਕੇ ਜੀ ਜਮਪੁਰੀ ਚਲਾ ਜਾਂਦਾ। ਸੋ ਸੰਸਾਰ ਨੂੰ ਲੁੱਟੀ ਜਾਂਦੇ ਨੇ ਪੰਜੇ ਵਿਕਾਰ। ਜੋ ਗਿਆਨ ਵਿਰਾਗ ਨੇਤਰਾਂ ਤੋਂ ਰਹਿਤ ਮਨਮੁਖ, ਤਿੰਨਾਂ ਨੂੰ ਲੁੱਟਣੇ ਦੀ ਸੇਠ ਖਬਰ ਨਹੀਂ। ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ, ਪੰਜ ਦੂਤ ਸ਼ਬਦ ਪਚਾਵਣਿਆ। ਪਾਤਸ਼ਾਹ ਫਰਮਾਉਂਦੇ ਨੇ ਜੋ ਗੁਰਮੁਖ ਨੇ ਉਹ ਆਪਣਾ ਘਰ ਰੱਖ ਲੈਂਦੇ ਨੇ ਭਾਈ, ਲੁੱਟਣੇ ਤੋਂ ਰੱਖ ਲੈਂਦੇ ਨੇ ਗੁਰਮੁਖ। ਕਿ ਸ਼ੁਭ ਗੁਣ ਸਿਉ ਤਿਨਾਂ ਦਾ ਅੰਤ ਛਕਣ ਰਹਿੰਦਾ। ਪੰਜੋ ਦੂਤ ਇਸਨੇ ਗੁਰੂ ਸ਼ਬਦ ਕਰਕੇ ਜਲਾ ਦਿੱਤੇ। ਇੱਕ ਗੁਰਮੁਖ ਸਦਾ ਸਚੈ ਰੰਗ ਰਾਤੇ, ਸਹਿਜੇ ਪ੍ਰਭ ਸੇਵੈ ਅਨ ਦਿਨ ਮਾਤੇ। ਇੱਕ ਗੁਰਮੁਖ ਜਨ ਸਦਾ ਸੱਚੇ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ, ਰਾਤ ਦਿਨ ਮਸਤ ਹੋਏ ਸੁਭਾਵਕ ਪ੍ਰਭੂ ਨੂੰ ਜਪਦੇ ਨੇ। ਮਹਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ। ਪ੍ਰੀਤਮ ਪਿਆਰੇ ਗੁਰੂ ਨੂੰ ਮਿਲ ਕੇ ਸੱਚੇ ਦੇ ਗੁਣ ਗਾਉਂਦੇ ਨੇ, ਹਰੀ ਦੀ ਦਰਗਾਹ ਵਿੱਚ ਭਾਈ ਸੋਭਾ ਪਾਉਂਦੇ ਨੇ। ਗੁਰਮੁਖ ਕਿਹੜੀ ਸਮਝ ਕਰਕੇ ਹਰੀ ਦੇ ਦਾ ਸੋਭਾ ਪਾਉਂਦੇ ਨੇ? ਕੀ ਸਮਝ ਹੋਈ? ਪਾਤਸ਼ਾਹ ਫਰਮਾਉਂਦੇ ਨੇ, ਏਕਮ ਏਕੈ ਆਪ ਉਪਾਇਆ, ਦੁਬਦਾ ਦੂਜਾ ਰਿਬਦ ਮਾਇਆ। ਅਦੁੱਤੀ ਵਾਹਿਗੁਰੂ ਨੇ ਆਪ ਜਗਤ ਨੂੰ ਸਾਜਿਆ। ਜਗਤ ਵਿੱਚ ਜਿਨ੍ਹਾਂ ਨੂੰ ਦਵੈਤ ਭਾਵਨਾ ਹੋਈ, ਤਿਨਾਂ ਨੂੰ ਆਪ ਸੇ ਭਿੰਨ ਪਰਮੇਸ਼ਰ ਪ੍ਰਤੀਤ ਹੁੰਦਾ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਮਾਇਆ ਵਿਆਪ ਗਈ। ਜੋ ਪਾਤਸ਼ਾਹ ਫਰਮਾਉਂਦੇ ਨੇ, ਸੰਸਾਰੀ ਭਏ ਇੱਕ ਪਰਮਾਤਮਾ ਨੇ ਆਪ ਜੋ ਸੰਸਾਰ ਸਾਜਿਆ। ਉਹ ਕੈਸਾ ਹੈ? ਇੱਕ ਕਮ ਭਾਵ ਤੁਛ ਕੈਸਾ ਹੈ? ਦੋ ਪ੍ਰਕਾਰ ਦਾ, ਭਲਾ ਬੁਰਾ ਜੜ ਚੇਤਨ ਦੁੰਦ ਸਰੂਪ। ਕੈਸਾ ਬ੍ਰਹਮ ਚੇਤਨ ਤੇ ਭਿੰਨ ਜੜ, ਕੈਸਾ ਤਿੰਨ ਪ੍ਰਕਾਰ ਦਾ ਕਿਆ ਸਤੋ ਗੁਣ, ਰਜੋ ਗੁਣ, ਤਮੋ ਗੁਣ ਰੂਪ ਹੈ। ਕੈਸਾ ਹੈ? ਛੜ ਰੂਪ ਮਿਥਿਆ ਹੈ। ਚੌਥੀ ਪੌੜੀ ਗੁਰਮੁਖ ਉੱਚੀ, ਸਚੋ ਸੱਚ ਕਮਾਵਣਿਆ। ਉੱਚੀ ਜੋ ਤੁਰੀਆ ਪਦ ਹੈ, ਚੌਥੀ ਪੌੜੀ। ਸੋ ਗੁਰਮੁਖ ਅਰੂੜ ਹੋਏ ਨੇ ਉਸ ਵਿੱਚ, ਕਿਉਂਕਿ ਤਿੰਨਾਂ ਨੇ ਮਨ ਤਨ ਤੇ ਸੱਚ ਵੀ ਕਮਾਵਣਾ ਕੀਤਾ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਭਾਈ ਜੇ ਸੱਚੇ ਨੂੰ ਭਾਵੇ ਤਾਂ ਸਭ ਕਰਤਵ ਪੁਰਸ਼ ਦਾ ਸਫਲ ਹੋ ਜਾਂਦਾ ਹੈ। ਜਿਸ ਨੇ ਸੱਚ ਨੂੰ ਜਾਣਿਆ ਉਹ ਪ੍ਰੇਮ ਵਿੱਚ ਸਮਾ ਗਿਆ। ਗੁਰਮੁਖ ਕਰਨੀ ਸੱਚੇ ਸੇਵੇ, ਸਾਚੇ ਜਾਏ ਸਮਾਵਣਿਆ। ਗੁਰਮੁਖਾਂ ਦੀ ਇਹੀ ਕਰਨੀ ਜੋ ਸੱਚੇ ਨੂੰ ਜਪਦੇ ਨੇ, ਇਸੀ ਤੇ ਸੱਚ ਵਿੱਚ ਸਮਾ ਗਏ। ਸੱਚੇ ਵਾਜੋਂ ਕੋ ਅਵਰ ਨਾ ਦੂਆ, ਦੂਜੈ ਲਾਗ ਜਗ ਖਪ ਖਪ ਮੂਆ। ਕਿ ਸੱਚੇ ਤੋਂ ਬਿਨਾਂ ਵੱਲ ਦੂਜਾ ਕੋਈ ਸੱਤ ਨਹੀਂ। ਇਹ ਭਾਵ ਵਿੱਚ ਲੱਗ ਕੇ ਜਗਤ ਖਪ ਖਪ ਕੇ ਮ੍ਰਿਤੂ ਹੋਇਆ।
ਗੁਰਮੁਖ ਹੋਵੈ ਸੋ ਏਕੋ ਜਾਣ, ਏਕੋ ਸੇਵ ਸੁਖ ਪਾਵਣਿਆ। ਜੋ ਗੁਰਮੁਖ ਨੇ ਉਹ ਇੱਕ ਨੂੰ ਜਾਣਦੇ, ਇੱਕ ਨੂੰ ਹੀ ਸੇਵ ਕੇ ਸੁਖ ਪਾਉਂਦੇ ਨੇ। ਔਰ ਬੇਨਤੀ ਕਰਦੇ ਨੇ, ਜੀ ਜੰਤ ਸਭ ਸਰਣ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਜਿਤਨੇ ਜੀ ਜੰਤ ਨੇ ਸਭ ਹੇ ਵਾਹਿਗੁਰੂ ਤੇਰੀ ਸ਼ਰਨ ਨੇ, ਤੂੰ ਆਪ ਹੀ ਸ੍ਰਿਸ਼ਟੀ ਨੂੰ ਧਾਰਨ ਕਰਕੇ ਕੱਚੀ ਪੱਕੀ ਨਰਦ ਨੂੰ ਦੇਖਦਾ, ਭਾਵ ਬੁਰੇ ਭਲੇ ਦੀ ਪਹਿਚਾਣ ਕਰਦਾ। ਇਹ ਨਿਯਮ, ਇਹ ਮਰਿਆਦਾ ਹੈ ਪ੍ਰਮਾਤਮਾ ਦੀ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖੋਟਿਆਂ ਤੇ ਖਰਿਆਂ ਦੀ ਪਰਖ ਵੀ ਸਵੈਂ ਪ੍ਰਭੂ ਕਰਦਾ ਹੈ। ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਹਰ, ਫਿਰ ਖੋਟਿਆਂ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ। ਜੋ ਖਰੇ ਨੇ ਸੱਚੇ ਨੇ ਉਹ ਬੈਕੁੰਠ ਦੇ ਵਾਸੀ ਹੋ ਜਾਂਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਅਨ ਦਿਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ। ਦਿਨ ਤੇ ਰਾਤ ਆਪ ਹੀ ਕਾਰ, ਰਾਮ ਦਾ ਹੈ ਵਾਹਿਗੁਰੂ, ਕੋਈ ਦੂਜਾ ਨਹੀਂ ਕਰਾਵਣ ਵਾਲਾ, ਉਹ ਆਪ ਕਰਾਉਂਦਾ। ਆਪ ਹੀ ਸਤ ਸੰਗ ਦੇ ਮੇਲ ਵਿੱਚ ਮਿਲਾਉਂਦਾ। ਜਿਸ ਨੂੰ ਧਾਰ ਨਾ ਕੁਝ ਦੇਣਾ, ਸਤ ਸੰਗੀ ਬਣਾ ਦਿੰਦਾ। ਤੂੰ ਆਪੇ ਮੇਲ ਵੇਖੈ ਹਦੂਰ, ਸਭ ਮਹਿ ਆਪ ਰਹਿਆ ਭਰਪੂਰ। ਜਿਨ੍ਹਾਂ ਤੂੰ ਆਪ ਸਤ ਸੰਗ ਵਿੱਚ ਮਿਲਾਉਂਦਾ ਹੈ ਮੇਰੇ ਗੁਰੂ ਨਾਨਕ, ਸੋ ਤੇਰੇ ਨਿਕਟ ਦੇਖ ਲੈਂਦੇ ਨੇ ਤੈਨੂੰ। ਆਪ ਹੀ ਸਰਬ ਵਿੱਚ ਤੂੰ ਪੂਰਨ ਹੈ। ਨਾਨਕ ਆਪੇ ਆਪ ਵਰਤੈ, ਗੁਰਮੁਖ ਸੂਝੀ ਪਾਵਣਿਓ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਪਾਤਸ਼ਾਹ ਪਾਵਨ ਬਚਨ ਬਖਸ਼ਦੇ ਨੇ, ਭਾਈ ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਝੀ ਪਾਵਣਿਆ। ਹੇ ਵਾਹਿਗੁਰੂ ਗੁਰੂ ਨਾਨਕ ਤੂੰ ਆਪ ਹੀ ਸਰਬ ਸਥਾਨਾਂ ਵਿੱਚ ਵਰਤ ਰਿਹਾ, ਘਟ ਘਟ ਵਿੱਚ ਤੂੰ ਬੈਠਾ ਹੈ, ਪਰੰਤੂ ਇਹ ਸੋਝੀ ਗੁਰਮੁਖਾਂ ਨੂੰ ਪਾਵੰਦਾ ਹੈ, ਜਿਨ੍ਹਾਂ ਨੇ ਤੈਨੂੰ ਜਪਿਆ, ਜਿਨ੍ਹਾਂ ਨੇ ਤੈਨੂੰ ਮੁੱਖ ਰੱਖਿਆ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਅਚੁੱਤ